ਫਰੀਦਾ ਉਮਰ ਸੁਹਾਵੜੀ ਸੰਗ ਸੁਵਨੜੀ ਦੇਹ ਵਿਰਲੇ ਕੇਈ ਪਾਈਅਨ ਜਿਨ੍ਹਾਂ ਪਿਆਰੇ ਨੇ। ਪਾਈਅਨ ਦੇ ਨੰਨੇ ਦੇ ਥੱਲੇ ਹਾਹਾ ਹੈ ਅੱਧਾ, ਜਿਨ੍ਹਾਂ ਦੇ ਨੰਨੇ ਦੇ ਪੈਰ ਥੱਲੇ ਵੀ। ਇਸ ਲਈ ਇਹਨਾਂ ਦੋਵਾਂ ਸ਼ਬਦਾਂ ਨੂੰ ਥੋੜਾ ਜਿਹਾ ਭਾਰਾ ਕਰਕੇ ਪੜਾਂਗੇ। ਵਿਰਲੇ ਕੇਈ ਪਾਈਅਨ ਜਿਨ੍ਹਾਂ ਪਿਆਰੇ ਨੇ। ਉਮਰ ਸੁਹਾਵੜੀ, ਸੁਹਾਵੜੀ ਦਾ ਮਤਲਬ ਸੁਹਾਵਲੀ ਯਾਨੀ ਸੁਖਾਲੀ, ਸੁਖ ਭਰੀ, ਜਿਨ੍ਹਾਂ ਦੀ ਜ਼ਿੰਦਗੀ ਦੇ ਅੰਦਰ ਸੁਖ ਹੈ। ਸੰਗ ਦਾ ਮਤਲਬ ਉਮਰ ਦੇ ਨਾਲ ਨਾਲ ਸੁਵੰਨਾ ਸੋਹਣਾ ਰੰਗ, ਸੁਵੰਨੜੀ ਦੇ ਸੋਹਣੇ ਰੰਗ ਵਾਲੀ ਦੇਹ ਦਾ ਮਤਲਬ ਸਰੀਰ। ਬਾਬਾ ਫਰੀਦ ਜੀ ਕਹਿੰਦੇ ਨੇ ਉਹਨਾਂ ਬੰਦਿਆਂ ਦੀ ਜ਼ਿੰਦਗੀ ਸੌਖੀ ਹੈ ਔਰ ਉਹਨਾਂ ਦਾ ਸਰੀਰ ਵੀ ਰੋਗ ਰਹਿਤ ਹੈ। ਸੁਵੰਨੜੀ ਦੇਹ ਦਾ ਮਤਲਬ ਰੋਗ ਰਹਿਤ ਸਰੀਰ ਹੈ। ਕਿਹਨਾਂ ਦਾ? ਵਿਰਲੇ ਕਈ ਪਾਈਅਨ ਜਿਨ੍ਹਾਂ ਪਿਆਰੇ ਨੇ, ਜਿਨ੍ਹਾਂ ਦਾ ਪਿਆਰ ਪਿਆਰੇ ਪ੍ਰਭੂ ਦੇ ਨਾਲ ਹੈ। ਤੇ ਇਹੋ ਜਿਹੇ ਇਨਸਾਨ ਇਸ ਦੁਨੀਆ ਦੇ ਵਿੱਚ ਵਿਰਲੇ ਮਿਲਦੇ ਨੇ। ਪਿਛਲੇ ਸ਼ਲੋਕਾਂ ਵਿੱਚ ਅਸਾਂ ਕੀਤਾ ਸੀ ਨਾ, ਵਿਚਾਰ ਕੀਤੀ ਸੀ ਮੰਝ ਵਿਸੂਲਾ ਬਾਗ, ਕਿ ਇਹ ਸੰਸਾਰ ਇੱਕ ਬਹੁਤ ਸੁਹਾਵਣਾ ਹੈ, ਲੇਕਿਨ ਇਹਦੇ ਅੰਦਰ ਬੰਦੇ ਨੇ ਆਪਣੇ ਜੀਵਨ ਦੇ ਅੰਦਰ ਵਿਸ਼ੇ ਵਿਕਾਰਾਂ ਦੇ ਕੰਡੇ ਔਰ ਜ਼ਹਿਰ ਬੀਜ ਲੈਣੇ। ਆਮ ਬਹੁਤਾਤ ਜੋ ਗਿਣਤੀ ਹੈ ਉਹਨਾਂ ਦੀ ਗੱਲ ਹੈ। ਤਾਂ ਬਾਬਾ ਫਰੀਦ ਜੀ ਇੱਥੇ ਸਾਨੂੰ ਸਮਝਾ ਰਹੇ ਨੇ ਕਿ ਵਿਸ਼ੂਲਾ ਬਾਗ ਔਰ ਜਿਹੜੀ ਦੁੱਖ ਅਗਨੀ ਹੈ, ਘਰ ਘਰ ਇਹ ਅੱਗ ਜੋ ਦੁੱਖਾਂ ਦੀ ਅੱਗ ਹੈ, ਉਹ ਸਾਰਿਆਂ ਨੂੰ ਨਹੀਂ ਸਾੜ ਰਹੀ। ਦੁੱਖ ਸਾਰਿਆਂ ਨੂੰ ਨਹੀਂ ਪੂਰੇ। ਜੋ ਜਨ ਪੀਰ ਨਿਵਾਜਿਆ ਤਿਨਾ ਅੰਸ਼ ਨਾ ਲਾਗ। ਜੇ ਉਹ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਗਏ, ਉਹਨਾਂ ਨੂੰ ਵਿਕਾਰਾਂ ਦੀ ਅੱਗ ਨਾ ਲੱਗੀ। ਆਮ ਜੋ ਬਹੁਤਾਤ ਗਿਣਤੀ ਹੈ, ਉਹਨਾਂ ਦੀ ਜਿਹੜੀ ਉਮਰ ਹੈ ਉਹ ਸੁਖਮਈ ਨਹੀਂ ਹੈ। ਉਹਨਾਂ ਦੇ ਜੀਵਨ ਦੇ ਅੰਦਰ ਕੋਈ ਨਾ ਕੋਈ ਦੁੱਖ ਨੇ, ਯਾਨੀ ਮਾਨਸਿਕ ਪਰੇਸ਼ਾਨੀਆਂ ਨੇ। ਕਿੰਨੇ ਸਾਰੇ ਮਾਨਸਿਕ ਰੋਗ ਨੇ, ਜਾਂ ਬਹੁਤ ਸਾਰੇ ਪਰਸਨੈਲਿਟੀ ਡਿਸਆਰਡਰਸ ਨੇ। ਮਾਨਸਿਕ ਤੌਰ ਤੇ ਲੋਕ ਪਰੇਸ਼ਾਨ ਹੈ। ਕਿੰਨੇ ਸਾਰੇ ਰੋਗ ਨੇ, ਚਿੰਤਾ ਆਦਿਕ ਦੇ ਵਿੱਚ ਗ੍ਰਸੇ ਹੋਏ ਨੇ। ਔਰ ਕਿੰਨੇ ਸਾਰੇ ਲੋਕ ਨੇ ਜਿਨ੍ਹਾਂ ਨੂੰ ਸਰੀਰਕ ਰੋਗ ਨੇ। ਤਾਂ ਬਾਬਾ ਫਰੀਦ ਜੀ ਕਹਿੰਦੇ ਨੇ ਐਸੇ ਲੋਕ ਵਿਰਲੇ ਵਿਰਲੇ ਨੇ ਇਸ ਸੰਸਾਰ ਵਿੱਚ, ਜਿਨ੍ਹਾਂ ਦੀ ਪ੍ਰੀਤ ਪ੍ਰਭੂ ਦੇ ਨਾਲ ਹੈ ਔਰ ਜਿਨ੍ਹਾਂ ਦੀ ਜ਼ਿੰਦਗੀ ਸੌਖੀ ਹੈ, ਯਾਨੀ ਜਿਨ੍ਹਾਂ ਦੇ ਜੀਵਨ ਦੇ ਅੰਦਰ ਦੁੱਖ ਨਹੀਂ, ਜਿਨ੍ਹਾਂ ਨੇ ਵਿਕਾਰਾਂ ਦਾ ਤਿਆਗ ਕੀਤਾ ਹੈ ਔਰ ਆਪਣੀ ਜ਼ਿੰਦਗੀ ਨੂੰ ਸੁਹਾਵਣੀ ਬਣਾਇਆ ਹੈ, ਜਿਨ੍ਹਾਂ ਦੀ ਮਾਨਸਿਕਤਾ ਸੁੰਦਰ ਹੈ, ਜਿਨ੍ਹਾਂ ਨੂੰ ਮਾਨਸਿਕ ਤੌਰ ਤੇ ਰੋਗ ਨਹੀਂ ਔਰ ਜਿਨ੍ਹਾਂ ਦੇ ਅੰਦਰ ਸਰੀਰਕ ਵਿਸ਼ੇ ਵਿਕਾਰ ਨਹੀਂ ਹਨ, ਉਹ ਵਿਰਲੇ ਵਿਰਲੇ ਲੋਕ ਨੇ। ਤੇ ਉਹ ਕੌਣ ਨੇ? ਜਿਨ੍ਹਾਂ ਪਿਆਰੇ ਨੇ, ਜਿਨ੍ਹਾਂ ਦਾ ਪਿਆਰੇ ਪ੍ਰਭੂ ਦੇ ਨਾਲ ਪਿਆਰ ਹੈ, ਜਿਨ੍ਹਾਂ ਦੀ ਪ੍ਰਭੂ ਦੇ ਨਾਲ ਪ੍ਰੀਤ ਹੈ। ਤਾਂ ਪ੍ਰਭੂ ਦੇ ਨਾਲ ਪ੍ਰੀਤ ਦਾ ਮਤਲਬ ਪ੍ਰਭੂ ਦੇ ਗੁਣਾਂ ਦੇ ਨਾਲ ਪ੍ਰੀਤ। ਜਿਨ੍ਹਾਂ ਦਾ ਵੀ ਪ੍ਰੀਤ ਪਿਆਰ ਰੱਬੀ ਗੁਣਾਂ ਦੇ ਨਾਲ ਹੈ, ਸੱਚ, ਸੰਤੋਖ, ਦਇਆ, ਧਰਮ ਆਦਿਕ ਦੇ ਨਾਲ, ਉਹਨਾਂ ਦੀ ਉਮਰ ਸੁਹਾਵਣੀ ਹੈ। ਉਹਨਾਂ ਦੇ ਜੀਵਨ ਵਿੱਚ ਸੁਖ ਨੇ। ਉਹਨਾਂ ਦੇ ਅੰਦਰ ਸਰੀਰਕ ਜੋ ਵਿਸ਼ੇ ਵਿਕਾਰ ਨੇ ਉਹ ਵੀ ਨਹੀਂ ਹਨ। ਐਸੇ ਲੋਕ ਵਿਰਲੇ ਵਿਰਲੇ। ਤਾਂ ਸਾਨੂੰ ਇਥੋਂ ਜੀਣ ਵਾਸਤੇ ਕੀ ਸਿੱਖਿਆ ਮਿਲ ਰਹੀ ਹੈ ਕਿ ਅਸੀਂ ਵੀ ਰੱਬੀ ਗੁਣਾਂ ਦੇ ਨਾਲ ਜੁੜਨਾ ਹੈ। ਰੱਬੀ ਗੁਣਾਂ ਦੇ ਨਾਲ ਜੁੜਿਆ ਸਾਡੀ ਮਾਨਸਿਕਤਾ ਸੁੰਦਰ ਹੋ ਜਾਏਗੀ ਔਰ ਅਸੀਂ ਮਾਨਸਿਕ ਪਰੇਸ਼ਾਨੀਆਂ ਤੋਂ ਬਚ ਜਾਵਾਂਗੇ ਔਰ ਸਾਡੇ ਜੀਵਨ ਦੇ ਅੰਦਰ ਵੀ ਸੁਖ ਸ਼ਾਂਤੀ ਆ ਜਾਏਗੀ। ਇਹ ਸੰਭਾਵਨਾ ਹਰ ਇਨਸਾਨ ਦੇ ਅੰਦਰ ਮੌਜੂਦ ਹੈ। ਅਗਲਾ ਬਚਨ ਕਰਦੇ ਨੇ, ਕੰਧੀ ਵਹਿਣ ਨਾ ਟਾਹ ਟੋਪੀ ਲੇਖਾ ਦੇਵਣਾ। ਜਿੱਧਰ ਰੱਬ ਰਜ਼ਾਏ ਵਹਿਣ ਤਿਦਾਊ ਗੌ ਕਰੇ। ਕੰਧੀ ਦਾ ਮਤਲਬ ਨਦੀ ਦਾ ਕਿਨਾਰਾ। ਵਹਿਣ ਦਾ ਮਤਲਬ ਵਹਿਣ ਜੋ ਪਾਣੀ ਦਾ ਬਹਾਵ ਹੈ। ਨਾ ਢਾਏ ਦਾ ਮਤਲਬ ਤੂੰ ਨਾ ਢਾ। ਤੇ ਜੋ ਤੌ ਸ਼ਬਦ ਹੈ ਨਾ, ਤੌ ਪੀ ਲੇਖਾ ਦੇਵਣਾ, ਇਹਨੂੰ ਤੌ ਪੜਨਾ ਹੈ ਬਿੰਦੀ ਲਗਾ ਕੇ। ਤੌ ਦਾ ਮਤਲਬ ਤੂੰ। ਤਾਂ ਦੁੱਖਾਂ ਹੇਠ ਨੱਪਿਆ ਹੋਇਆ ਜੀਵ ਦੁੱਖ ਅੱਗੇ ਮਾਨੋ ਤਰਲੇ ਲੈ ਰਿਹਾ ਹੈ ਕਿ ਇਹ ਦੁੱਖਾਂ ਦੇ ਵਹਿਣ ਐਸ ਕੰਧੀ ਨੂੰ ਨਾ ਢਾ, ਮੈਨੂੰ ਦੁਖੀ ਨਾ ਕਰ,
ਤੈਨੂੰ ਵੀ ਕੀਤੇ ਦਾ ਹਿਸਾਬ ਦੇਣਾ ਪੈਣਾ ਹੈ। ਇਹ ਅਰਥ ਪ੍ਰੋਫੈਸਰ ਸਾਹਿਬ ਸਿੰਘ ਜੀ ਕਰ ਰਹੇ ਨੇ। ਲੇਕਿਨ ਇੱਥੇ ਗੱਲ ਸਿੱਧੀ ਹੈਗੀ ਹੈ, ਕੰਧੀ ਵਹਿਣ ਨਾ ਟਾਹੇ ਤੋ ਪੀ ਲੇਖਾ ਦੇਵਣਾ, ਕਿ ਇਹ ਜਿਹੜੇ ਵਹਿਣ ਹੈ ਨਾ, ਉਹਨੂੰ ਕਿਹਾ ਜਾ ਰਿਹਾ ਹੈ ਕਿ ਤੂੰ ਕਿਨਾਰੇ ਨੂੰ ਨਾ ਢਾ, ਤੈਨੂੰ ਲੇਖਾ ਦੇਣਾ ਪਵੇਗਾ। ਤਾਂ ਅਗਲੇ ਪੰਕਤੀ ਦੇ ਅੰਦਰ ਇਸ ਨੂੰ ਸਪਸ਼ਟ ਕਰਦੇ ਨੇ, ਜਿੱਧਰ ਰੱਬ ਰਜ਼ਾਏ ਵਹਿਣ ਤਿਦਾਉ ਗਉ ਕਰੇ, ਕਿ ਜਿਸ ਪਾਸੇ ਰੱਬ ਦੀ ਮਰਜ਼ੀ ਹੁੰਦੀ ਹੈ ਦਰਿਆ ਉਸੇ ਪਾਸੇ ਹੀ ਮੁੜ ਜਾਂਦਾ ਹੈ। ਹੁਣ ਰੱਬ ਦੀ ਮਰਜ਼ੀ ਦਾ ਮਤਲਬ ਇਹ ਨਹੀਂ ਕਿ ਉੱਤੇ ਜੋ ਰੱਬ ਬੈਠਾ ਹੈ ਵੱਖਰਾ, ਉਹਦੀ ਮਰਜ਼ੀ ਉੱਤੋਂ ਆਰਡਰ ਆ ਰਿਹਾ ਹੈ। ਰੱਬ ਰਜ਼ਾਏ, ਰਜ਼ਾਏ ਦਾ ਮਤਲਬ ਹੈ ਰਜਾ ਪਾਣਾ, ਤੇ ਇਹਦੇ ਵਾਸਤੇ ਅਸੀਂ ਇੱਕ ਸ਼ਬਦ ਨਿਸ਼ਚਿਤ ਕੀਤਾ ਸੀ ਅੱਜ ਦੀ ਲੈਂਗੁਏਜ ਵਿੱਚ ਇਸ ਚੀਜ਼ ਨੂੰ ਸਮਝਣ ਲਈ, ਸਿਸਟਮ, ਨਿਯਮਾਵਲੀ। ਇਹ ਨਿਯਮਾਵਲੀ ਹੈ ਕਿ ਉਧਰ ਹੀ ਵਹਿਣ ਜਾਏਗਾ। ਹੁਣ ਜਿਸ ਪਾਸੋਂ ਮਿੱਟੀ ਖੁਰਨੀ ਸ਼ੁਰੂ ਹੋ ਗਈ, ਮਿੱਟੀ ਡਿੱਗਦੀ ਜਾਏਗੀ, ਵਹਿਣ ਉਸ ਪਾਸੇ ਚਲਾ ਜਾਏਗਾ। ਜਿਸ ਪਾਸੇ ਥੋੜੀ ਨਿਮਾਨਤਾ ਹੋਏਗੀ ਉਧਰ ਵਹਿਣ ਚਲਾ ਜਾਏਗਾ। ਨਦੀ ਦਾ ਕੋਈ ਕਿਨਾਰਾ ਹੈ, ਦਰਿਆ ਦਾ ਕੋਈ ਕਿਨਾਰਾ ਹੈ, ਤਾਂ ਜਦੋਂ ਪਾਣੀ ਦਾ ਉਛਾਲ ਆਉਂਦਾ ਹੈ, ਜਿੱਥੋਂ ਕਿਤੋਂ ਮਿੱਟੀ ਖੁਰਨੀ ਸ਼ੁਰੂ ਹੋ ਗਈ, ਉਥੋਂ ਉਸ ਕਿਨਾਰੇ ਨੇ, ਬੰਨ ਨੇ ਟੁੱਟ ਜਾਣਾ ਤੇ ਪਾਣੀ ਨੇ ਉਧਰ ਚਲੇ ਜਾਣਾ। ਇਹ ਰਜ਼ਾ ਦਾ ਮਤਲਬ ਸਿਸਟਮ ਹੈ। ਤਾਂ ਜਿੱਧਰ ਨਿਯਮਾਵਲੀ, ਕੁਦਰਤੀ ਨੇਮ ਕੰਮ ਕਰਦੇ ਨੇ, ਉਧਰ ਹੀ ਇਹ ਜਿਹੜਾ ਵਹਿਣ ਹੈ ਚਲਾ ਜਾਂਦਾ ਹੈ। ਤੇ ਪ੍ਰੋਫੈਸਰ ਸਾਹਿਬ ਸਿੰਘ ਜੀ ਇਸ ਬਾਰੇ ਸਾਨੂੰ ਲਿਖ ਰਹੇ ਨੇ, ਦੁਖੀ ਮਨੁੱਖ ਨੂੰ ਇਹ ਸਮਝ ਨਹੀਂ ਹੁੰਦੀ ਕਿ ਦੁੱਖਾਂ ਦਾ ਹੜ ਉਸੇ ਪਾਸੇ ਹੀ ਆਉਂਦਾ ਹੈ ਜਿਸ ਪਾਸੇ ਰੱਬ ਦੀ ਮਰਜ਼ੀ ਹੈ। ਹੁਣ ਇੱਥੇ ਰੱਬ ਦੀ ਮਰਜ਼ੀ ਦਾ ਮਤਲਬ ਇਹ ਨਹੀਂ ਹੈ ਕਿ ਰੱਬ ਕਿਸੇ ਵਿਸ਼ੇਸ਼ ਬੰਦੇ ਨੂੰ ਖਾਸ ਕਰਕੇ ਦੁੱਖ ਦਿੰਦਾ ਹੈ ਤੇ ਕਿਸੇ ਖਾਸ ਬੰਦੇ ਨੂੰ ਵਿਸ਼ੇਸ਼ ਕਰਕੇ ਸੁੱਖ ਦਿੰਦਾ ਹੈ। ਇੱਥੇ ਰਜ਼ਾਏ ਦਾ ਮਤਲਬ ਰਜਾ, ਸਿਸਟਮ। ਇਹ ਸਿਸਟਮ ਹੈ ਕਿ ਦੁੱਖ ਕਿੱਥੇ ਆਉਣਗੇ, ਜਿੱਥੇ ਵਿਕਾਰ ਹੋਣਗੇ, ਜਿੱਥੇ ਕੋਈ ਦੋਸ਼ ਹੋਏਗਾ, ਜਿੱਥੇ ਕੋਈ ਕਮੀ ਹੋਏਗੀ। ਸਿਸਟਮ ਹੈ ਨਾ, ਉਸ ਸਿਸਟਮ ਮੁਤਾਬਕ ਹੀ ਦੁੱਖ ਹੋਣਗੇ, ਸਿਸਟਮ ਮੁਤਾਬਕ ਹੀ ਸੁੱਖ ਨੇ। ਜੇ ਅਸੀਂ ਸ਼ੁਭ ਗੁਣਾਂ ਦੇ ਧਾਰਨੀ ਹਾਂ ਤਾਂ ਜੀਵਨ ਵਿੱਚ ਸੁਖ ਸ਼ਾਂਤੀ ਰਹਿ ਸਕਦੀ ਹੈ, ਤੇ ਜੇ ਅਸੀਂ ਸ਼ੁਭ ਗੁਣਾਂ ਦੇ ਧਾਰਨੀ ਨਹੀਂ ਹਾਂ, ਅਸੀਂ ਵਿਕਾਰ ਕਮਾਉਂਦੇ ਹਾਂ, ਤਾਂ ਇਹ ਆਟੋਮੈਟਿਕਲੀ ਸਾਡੀ ਜ਼ਿੰਦਗੀ ਦੇ ਅੰਦਰ ਦੁਖਾਂਤ ਵਾਪਰ ਜਾਏਗਾ। ਤਾਂ ਇੱਥੇ ਸਮਝਾਇਆ ਜਾ ਰਿਹਾ ਹੈ ਕਿ ਰੱਬ ਦੀ ਰਜ਼ਾ ਅਨੁਸਾਰ, ਯਾਨੀ ਸਿਸਟਮ ਅਨੁਸਾਰ, ਜੋ ਪ੍ਰਭੂ ਤੋਂ ਵਿਛੜੇ ਹੋਏ ਲੋਕ ਨੇ, ਜਿਨ੍ਹਾਂ ਨੇ ਇਸ ਸੁਹਾਵਣੇ ਬਾਗ ਦੇ ਅੰਦਰ ਵਿਸ਼ੇ ਵਿਕਾਰਾਂ ਦੇ ਬੂਟੇ ਬੀਜ ਲਏ ਨੇ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਅੰਦਰ ਵਿਕਾਰਾਂ ਕਰਕੇ ਵਿਕਾਰ ਕਰਮ ਕੀਤੇ ਨੇ, ਉਹਨਾਂ ਦੇ ਮੰਦੇ ਕਰਮਾਂ ਦਾ ਜਿਹੜਾ ਹੜ ਹੈ ਨਾ, ਉਹ ਉਹਨਾਂ ਨੂੰ ਆਣ ਕੇ ਫਿਰ ਘੇਰ ਲੈਂਦਾ, ਕਿਉਂਕਿ ਉਹਦਾ ਰਿਜ਼ਲਟ ਤਾਂ ਨਿਕਲੇਗਾ। ਉਹਦਾ ਰਿਜ਼ਲਟ ਜਿਹੜਾ ਹੈ ਉਹ ਜ਼ਰੂਰ ਨਿਕਲੇਗਾ ਹੀ ਨਿਕਲੇਗਾ। ਤਾਂ ਇੱਥੇ ਸਾਨੂੰ ਸਮਝਾਇਆ ਜਾ ਰਿਹਾ ਹੈ ਕਿ ਜੋ ਸੁੱਖ ਔਰ ਦੁੱਖ ਆਦਿਕ ਨੇ, ਇਹ ਰੱਬੀ ਰਜ਼ਾ ਦੇ ਵਿੱਚ ਨੇ। ਜੇ ਕੋਈ ਤਰਲੇ ਲਈ ਜਾਏ ਕਿ ਮੇਰੇ ਦੁੱਖ ਖਤਮ ਹੋਣ, ਲੇਕਿਨ ਮਾੜੇ ਕੰਮ ਨਾ ਛੱਡੇ, ਤਾਂ ਨਿਰੇ ਤਰਲੇ ਲੈਣ ਦੇ ਨਾਲ ਦੁੱਖ ਖਤਮ ਨਹੀਂ ਹੋਣਗੇ। ਇਸ ਲਈ ਰਜ਼ਾ ਔਰ ਭਾਣੇ ਦੇ ਅੰਦਰ ਚੱਲਣ ਦੀ ਤਾਕੀਦ ਕੀਤੀ ਜਾ ਰਹੀ ਹੈ, ਹੁਕਮ ਕੀਤਾ ਜਾ ਰਿਹਾ ਹੈ, ਕਿਉਂਕਿ ਇਸ ਸੰਸਾਰ ਦੇ ਅੰਦਰ ਹਰ ਸ਼ੈ ਰੱਬੀ ਰਜ਼ਾ ਦੇ ਅੰਦਰ ਹੈ। ਚਾਹੇ ਉਹ ਨਿੱਕੀ ਜਿਹੀ ਕੀੜੀ ਤੋਂ ਲੈ ਕੇ ਵੱਡੇ ਹਾਥੀ ਤੱਕ ਜਿੰਨੇ ਵੀ ਜੀਵ ਜੰਤ ਨੇ, ਜੋ ਅਸੀਂ ਜਪਜੀ ਸਾਹਿਬ ਜੀ ਦੇ ਵਿੱਚ ਪੜ੍ਹ ਚੁੱਕੇ ਹਾਂ, ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ। ਤਾਂ ਇਹ ਸਾਰੇ ਜੀਵ ਜੰਤ ਹੁਕਮ ਦੇ ਅੰਦਰ ਨੇ, ਚਾਹੇ ਸੁੱਖ ਹੈ, ਦੁੱਖ ਹੈ, ਇੱਜ਼ਤ ਹੈ, ਬੇਇੱਜ਼ਤੀ ਹੈ, ਜੋ ਕੁਛ ਵੀ ਹੈ, ਇਹ ਸਾਰਾ ਇੱਕ ਸਿਸਟਮ ਦੇ ਅੰਦਰ ਹੈ। ਤੇ ਸਾਨੂੰ ਇਸ ਸਿਸਟਮ ਨੂੰ ਚੰਗੀ ਤਰ੍ਹਾਂ ਫੋਲੋ ਕਰਨਾ ਚਾਹੀਦਾ ਹੈ, ਕੁਦਰਤ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਆਪਣੇ ਜੋ ਸਾਡੇ ਫਰਜ਼ ਨੇ ਸੱਚ ਨੂੰ ਆਧਾਰ ਬਣਾ ਕੇ ਇਹਨਾਂ ਨੂੰ ਪੂਰਿਆਂ ਕਰਨਾ ਚਾਹੀਦਾ ਹੈ, ਜਿਸ ਕਰਕੇ ਸਾਡੀ ਜ਼ਿੰਦਗੀ ਵਿੱਚ ਸੁੱਖ ਸ਼ਾਂਤੀ ਆ ਸਕਦੀ ਹੈ। ਐਵੇਂ ਹੀ ਕਿਸੇ ਨੂੰ ਦੋਸ਼ ਦੇਣਾ ਠੀਕ ਨਹੀਂ ਹੈ ਕਿ ਫਲਾਂ ਕਰਕੇ ਦੁੱਖ ਆਇਆ ਜਾਂ ਇਸ ਕਰਕੇ ਦੁੱਖ ਆਇਆ। ਇਸ ਲਈ ਸਿਸਟਮ ਨੂੰ ਸਾਨੂੰ ਸਾਰਿਆਂ ਨੂੰ ਫੋਲੋ ਕਰਨਾ ਚਾਹੀਦਾ ਹੈ। ਫਰੀਦਾ ਦੁੱਖਾਂ ਸੇਤੀ ਦੇਹ ਗਿਆ, ਸੂਲਾਂ ਸੇਤੀ ਰਾਤ, ਖੜਾ ਪੁਕਾਰੇ ਪਾਤਣੀ, ਬੇੜਾ ਕੱਪਰਵਾਤ। ਜੋ ਦੁੱਖਾ ਲਿਖਿਆ ਹੈ, ਦੁੱਖਾ, ਇਹ ਖੱਖੇ ਦੇ ਕੰਨੇ ਦੇ ਨਾਲ ਅਸੀਂ ਬਿੰਦੀ ਲਗਾ ਕੇ ਪਾਠ ਕਰਾਂਗੇ। ਦੁੱਖਾਂ, ਦੁੱਖਾਂ ਦਾ ਮਤਲਬ ਦੁੱਖਾਂ, ਦੁੱਖਾਂ ਸੇਤੀ ਦਾ ਮਤਲਬ ਦੁੱਖਾਂ ਦੇ ਨਾਲ, ਦੁੱਖਾਂ ਵਿੱਚ,
ਦੇਹ ਦਾ ਮਤਲਬ ਦਿਨ ਤੇ ਸੂਲਾਂ ਦਾ ਮਤਲਬ ਜਿਹੜੇ ਕੰਡੇ ਹੁੰਦੇ ਨੇ, ਤੇ ਸੂਲਾਂ ਦਾ ਮਤਲਬ ਹੈ ਚੋਭ। ਜਿਵੇਂ ਸੂਲ ਪੈਂਦੀ ਹੈ, ਚੋਭ ਹੁੰਦੀ ਹੈ, ਦਰਦ ਹੁੰਦਾ ਹੈ। ਸੂਲਾਂ ਸੇਤੀ ਦਾ ਮਤਲਬ ਚੋਭਾਂ, ਚਿੰਤਾ ਫਿਕਰਾਂ ਦੇ ਅੰਦਰ ਰਾਤ ਲੰਘ ਗਈ। ਇਹ ਬਾਬਾ ਫਰੀਦ ਜੀ ਕਹਿੰਦੇ ਨੇ ਕਿ ਦੁੱਖਾਂ ਦੇ ਵਿੱਚ ਦਿਨ ਲੱਗਦਾ ਹੈ ਔਰ ਰਾਤ ਵੀ ਚਿੰਤਾ ਚੋਭਾਂ ਦੇ ਵਿੱਚ ਲੰਘਦੀ ਹੈ। ਕਿਉਂ ਲੰਘ ਰਹੀ ਹੈ? ਅਸੀਂ ਪਿੱਛੇ ਪੜ੍ਹ ਆਏ ਨਾ, ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾਹ, ਊਚ ਨੀਚ ਦੇ ਵਿਤਕਰੇ। ਮੰਝ ਵਿਸੂਲਾ ਬਾਗ ਜਿਹੜਾ ਹੈ, ਜੋ ਅਸੀਂ ਵਿਸ਼ੇ ਵਿਕਾਰਾਂ ਦਾ ਲਗਾਇਆ ਹੋਇਆ ਹੈ, ਉਸ ਕਰਕੇ ਚੋਭਾਂ ਨੇ, ਉਹਨਾਂ ਵਿਕਾਰਾਂ ਕਰਕੇ ਘਰ ਘਰ ਇਹ ਜੋ ਅੱਗ ਬਲ ਰਹੀ ਹੈ, ਉਹ ਚੋਭਾਂ ਪੈ ਰਹੀਆਂ ਨੇ। ਕਿਤੇ ਈਗੋ, ਕਿਤੇ ਲੋਭ, ਕਿਤੇ ਈਰਖਾ ਦਵੈਸ਼, ਇਹਨਾਂ ਵਿਕਾਰਾਂ ਦੇ ਵਿੱਚ ਸਾਰੀ ਜ਼ਿੰਦਗੀ ਲੰਘਦੀ ਜਾਂਦੀ ਹੈ। ਦਿਨ ਵੀ ਵਿਕਾਰਾਂ ਵਿੱਚ ਲੰਘ ਗਿਆ ਤੇ ਰਾਤ ਨੂੰ ਮੰਜੇ ਦੇ ਉੱਤੇ ਪੈ ਪੈ ਉਹਨਾਂ ਦੁੱਖਾਂ ਬਾਰੇ ਸੋਚੀ ਜਾ ਰਹੇ ਹਾਂ, ਚੋਭਾਂ ਪੈ ਰਹੀਆਂ ਨੇ। ਸਾਰੀ ਜ਼ਿੰਦਗੀ ਲੰਘ ਰਹੀ ਹੈ ਕਿਉਂਕਿ ਟੋਏ ਟਿੱਬੇ ਦੇ ਕਾਰਨ ਦੁੱਖਾਂ ਦੀ ਨਦੀ ਦੇ ਅੰਦਰ ਅਸੀਂ ਰੁੜੇ ਜਾ ਰਹੇ ਹਾਂ। ਮੰਝ ਵਿਸ਼ੂਲਾ ਬਾਗ ਲਗਾਉਣ ਕਰਕੇ ਸਾਡੀ ਜ਼ਿੰਦਗੀ ਦੇ ਅੰਦਰ ਚੋਭਾਂ ਨੇ। ਅੰਤਰ ਹਉਮੈ ਕੰਡਾ ਹੈ, ਉਹ ਹਉਮੈ ਦਾ ਕੰਡਾ ਚੁੱਭ ਰਿਹਾ ਹੈ। ਤਾਂ ਇਸ ਤਰ੍ਹਾਂ ਜੋ ਵਸ਼ੇ ਵਿਕਾਰ ਨੇ, ਇਹਨਾਂ ਦੇ ਕਰਕੇ ਦਿਨ ਵੀ ਦੁੱਖਾਂ ਵਿੱਚ ਲੰਘਦਾ ਹੈ ਤੇ ਰਾਤ ਵੀ ਦੁੱਖਾਂ ਦੇ ਵਿੱਚ ਲੰਘਦੀ ਹੈ। ਖੜਾ ਪੁਕਾਰੇ ਪਾਤਣੀ, ਪਾਤਣੀ ਦਾ ਮਤਲਬ ਹੈ ਮਲਾ, ਮੁਹਾਣਾ, ਜਿਹੜਾ ਬੇੜੇ ਨੂੰ ਤੋਰਨ ਵਾਲਾ ਹੈ। ਬੇੜਾ ਕੱਪਰ ਵਾਤ, ਕੱਪਰ ਦਾ ਮਤਲਬ ਹੈ ਲਹਿਰਾਂ ਠਾਠਾਂ, ਵਾਤ ਦਾ ਮਤਲਬ ਮੂੰਹ ਦੇ ਵਿੱਚ, ਕੱਪਰ ਵਾਤ ਦਾ ਮਤਲਬ ਲਹਿਰਾਂ ਦੇ ਮੂੰਹ ਚ। ਹੁਣ ਖੜਾ ਪੁਕਾਰੇ ਪਾਤਣੀ, ਜਿਵੇਂ ਨਦੀ ਦੇ ਦਰਿਆ ਦੇ ਕਿਨਾਰੇ ਤੇ ਕਿਸ਼ਤੀ ਕੋਈ ਲੈ ਕੇ ਜਾਣਾ ਚਾਹੇ ਤੇ ਉੱਥੇ ਪਾਤਣੀ ਜਿਹੜਾ ਹੈ, ਮਲਾਹ ਜਿਹੜਾ ਹੈ, ਉਹ ਕਵੇ ਕਿ ਅੱਗੇ ਬਹੁਤ ਵੱਡੀਆਂ ਲਹਿਰਾਂ ਨੇ, ਤੁਹਾਡਾ ਬੇੜਾ ਲਹਿਰਾਂ ਦੇ ਵਿੱਚ ਫਸ ਗਿਆ ਹੈ, ਇਸ ਬੇੜੇ ਨੂੰ ਲਹਿਰਾਂ ਤੋਂ ਬਚਾ ਲਓ, ਨਹੀਂ ਤੇ ਇਹ ਬੇੜਾ ਡੁੱਬ ਜਾਏਗਾ। ਤੇ ਜੇ ਉਹਦੀ ਗੱਲ ਨੂੰ ਨਾ ਸੁਣਿਆ ਜਾਏ ਤੇ ਬੰਦਾ ਲਹਿਰਾਂ ਵਾਲੇ ਪਾਸੇ ਲੈ ਜਾਏ ਤੇ ਉਹ ਡੁੱਬ ਜਾਏਗਾ ਨਾ। ਜਿਵੇਂ ਆ ਪਿੱਛੇ ਆਪ ਨੂੰ ਪਤਾ ਹੈ ਕਿ ਉਹ, ਮੈਨੂੰ ਨਦੀ ਦਾ ਦਰਿਆ ਦਾ ਤੇ ਨਾਮ ਭੁੱਲ ਗਿਆ, ਹਾਂ, ਹਰੀ ਕੇ ਪੱਤਣ ਗਏ ਸਨ ਨਾ ਕੁਛ ਬਾਬੇ, ਕਿਸੇ ਬਾਬਾ ਜੀ ਦੇ ਫੁੱਲ ਤਾਰਨ ਵਾਸਤੇ, ਤੇ ਬੰਦੇ ਕਿਸ਼ਤੀ ਵਿੱਚ ਬਾਣੇ ਸੀ ਥੋੜੇ ਤੇ ਬਿਠਾ ਦਿੱਤੇ ਜ਼ਿਆਦਾ। ਤੇ ਫਿਰ ਜਿਹੜਾ ਹੈ ਮਲਾਹ, ਉਹ ਵੀ ਪੂਰਾ ਟ੍ਰੇਨਡ ਨਹੀਂ ਹੈ ਜਾਂ ਕੁਛ, ਤੇ ਜਾ ਕੇ ਕਿਵੇਂ ਘੁੰਮਣ ਘੇਰੀ ਦੇ ਵਿੱਚ ਬੇੜੀ ਫਸੀ ਤੇ ਉਹ ਸਾਰੇ ਦੇ ਸਾਰੇ ਡੁੱਬ ਗਏ। ਤਾਂ ਜਦੋਂ ਇਹੋ ਜਿਹੀ ਕੋਈ ਵੀ ਗਲਤੀ ਕੋਈ ਵੀ ਕਰੇਗਾ ਤੇ ਉਹ ਭਾਵੇਂ ਬਾਬਾ ਹੋਏ ਜਾਂ ਆਮ ਬੰਦਾ ਹੋਏ, ਉਹ ਡੁੱਬੇਗਾ, ਕਿਉਂਕਿ ਨਿਯਮ ਨੇ ਨਾ ਹਰ ਚੀਜ਼ ਦੇ। ਖੜਾ ਪੁਕਾਰੇ ਪਾਤਣੀ, ਜੋ ਗੁਰੂ ਮਲਾਹ ਹੈ, ਉਹ ਪੁਕਾਰ ਪੁਕਾਰ ਕੇ ਕਹਿ ਰਿਹਾ ਹੈ, ਪੁਕਾਰ ਕੇ ਕਹਿ ਰਿਹਾ ਹੈ, ਸਾਨੂੰ ਸਮਝਾ ਰਿਹਾ ਹੈ ਕਿ ਤੁਹਾਡਾ ਜਿਹੜਾ ਜੀਵਨ ਦਾ ਬੇੜਾ ਹੈ, ਇਹ ਵਿਕਾਰਾਂ ਦੀਆਂ ਲਹਿਰਾਂ ਵਿੱਚ ਆ ਗਿਆ ਹੈ, ਇਹਦੇ ਤੋਂ ਬਚੋ, ਨਹੀਂ ਤੇ ਡੁੱਬ ਜਾਓ, ਨਹੀਂ ਤਾਂ ਡੁੱਬ ਜਾਓਗੇ। ਤਾਂ ਇਥੋਂ ਹੁਣ ਸਾਨੂੰ ਜੀਵਨ ਵਾਸਤੇ ਕੀ ਸਿੱਖਿਆ ਮਿਲ ਰਹੀ ਹੈ ਕਿ ਗੁਰੂ ਸਾਨੂੰ ਸੁਚੇਤ ਕਰਦਾ ਹੈ, ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਸਾਨੂੰ ਸੁਚੇਤ ਕਰ ਰਹੀ ਹੈ ਕਿ ਚੰਗਾ ਜੀਵਨ ਜੀਵੋ। ਆਪਣੇ ਕਰਮਾਂ ਦਾ ਦੋਸ਼, ਇਹ ਆਪਣੇ ਕਰਮਾਂ ਦਾ ਫਲ ਜੋ ਹੈ ਸਾਨੂੰ ਭੁਗਤਣਾ ਪੈਣਾ ਹੈ, ਚਾਹੇ ਸਾਡੇ ਬੋਲ ਨੇ, ਸਾਡਾ ਵਿਹਾਰ ਹੈ, ਜਿਹੋ ਜਿਹਾ ਵੀ ਬਿਹੇਵੀਅਰ ਹੋਏਗਾ ਇਸ ਜੀਵਨ ਦੇ ਅੰਦਰ, ਅਸੀਂ ਉਹਦਾ ਹੀ ਸਾਨੂੰ ਕਰਮ ਦਾ ਪ੍ਰਤੀਕਰਮ ਮਿਲਦਾ ਹੈ। ਐਕਸ਼ਨ ਦਾ ਰਿਐਕਸ਼ਨ ਇਸ ਦੁਨੀਆ ਵਿੱਚ ਉਹੀ ਹੋਏਗਾ, ਜੋ ਬੀਜਾਂਗੇ ਉਹੀ ਵੱਢਾਂਗੇ, ਛੋਲੇ ਬੀਜਾਂਗੇ ਛੋਲੇ, ਕਣਕ ਬੀਜਾਂਗੇ ਕਣਕ, ਚੰਗਾ ਸੋਚਾਂਗੇ ਚੰਗਾ, ਮੰਦਾ ਸੋਚਾਂਗੇ ਮੰਦਾ। ਗੁਰੂ ਸਾਨੂੰ ਬਾਰ-ਬਾਰ ਸੁਚੇਤ ਕਰ ਰਿਹਾ ਹੈ ਕਿ ਤੁਹਾਡੀ ਜੋ ਜੀਵਨ ਬੇੜੀ ਹੈ, ਇਹ ਵਿਸ਼ੇ ਵਿਕਾਰਾਂ ਦੀਆਂ ਲਹਿਰਾਂ ਦੇ ਵਿੱਚ ਫਸ ਗਈ ਹੈ, ਇਸ ਕਰਕੇ ਤੁਹਾਡਾ ਦੁੱਖ ਦਿਨ ਜਿਹੜਾ ਹੈ ਦੁੱਖਾਂ ਵਿੱਚ ਬੀਤ ਰਿਹਾ ਹੈ, ਰਾਤ ਸੂਲਾਂ ਵਿੱਚ ਬੀਤ ਰਹੀ ਹੈ। ਤੁਹਾਡਾ ਇਹ ਜੀਵਨ ਦਾ ਬੇੜਾ ਲਹਿਰਾਂ ਦੇ ਵਿੱਚ ਫਸ ਚੁੱਕਾ ਹੈ। ਜੇ ਇਹਦੇ ਚੋਂ ਬਾਹਰ ਨਿਕਲ ਜਾਓ, ਬਚ ਜਾਓ ਤਾਂ ਠੀਕ ਹੈ, ਨਹੀਂ ਤੇ ਆਤਮਕ ਮੌਤ ਹੋ ਜਾਏਗੀ, ਇਨਸਾਨੀਅਤ ਵੀ ਮਰ ਜਾਏਗੀ, ਜ਼ਮੀਰ ਵੀ ਚਲੀ ਜਾਏਗੀ ਔਰ ਸਾਰੀ ਜ਼ਿੰਦਗੀ ਦੁੱਖਾਂ ਦੇ ਵਿੱਚ ਕੱਢਣੀ ਪਊਗੀ। ਤਾਂ ਸਾਨੂੰ ਇਥੋਂ ਜ਼ਿੰਦਗੀ ਜੀਣ ਲਈ ਕੀ ਪ੍ਰੇਰਨਾ ਮਿਲਦੀ ਹੈ ਕਿ ਜੋ ਸਾਡੇ ਜੀਵਨ ਦੇ ਵਿੱਚ, ਕਿਸੇ ਵੀ ਮਨੁੱਖ ਦੇ ਜੀਵਨ ਵਿੱਚ ਦੁੱਖ ਨੇ, ਚਿੰਤਾਵਾਂ ਨੇ, ਤਾਂ ਉਹਨਾਂ ਚੀਜ਼ਾਂ ਦਾ ਇਲਾਜ ਹੈ। ਦੁੱਖਾਂ ਨੂੰ ਸੁੱਖਾਂ ਵਿੱਚ ਕਨਵਰਟ ਕੀਤਾ ਜਾ ਸਕਦਾ ਹੈ, ਚਿੰਤਾਵਾਂ ਨੂੰ ਖੁਸ਼ੀਆਂ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ, ਹਾਰਾਂ ਨੂੰ ਜਿੱਤਾਂ ਵਿੱਚ ਬਦਲਿਆ ਜਾ ਸਕਦਾ ਹੈ, ਬੁਰਾਈਆਂ ਨੂੰ ਚੰਗਿਆਈਆਂ ਵਿੱਚ ਬਦਲਿਆ ਜਾ ਸਕਦਾ ਹੈ, ਜੇ ਅਸੀਂ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਈਏ, ਜੇ ਅਸੀਂ ਆਪਣੀ ਸੋਚ ਨੂੰ ਚੇਂਜ ਕਰ ਲਈਏ। ਔਰ ਕਿੰਨੇ ਸਾਰੇ ਸ਼ਬਦ ਸਾਨੂੰ ਗੁਰਬਾਣੀ ਦੇ ਵਿੱਚੋਂ ਮਿਲਦੇ ਨੇ
ਜਿਨ੍ਹਾਂ ਦੇ ਵਿੱਚ ਲੋਕਾਂ ਦੀ ਜ਼ਿੰਦਗੀ ਲਹਿਰਾਂ ਵਿੱਚ ਡੁੱਬ ਰਹੀ ਸੀ ਤੇ ਉਹ ਬਚ ਗਏ। ਜਿਵੇਂ ਅਜਾਮਲ ਪਾਪੀ ਜਗ ਜਾਣੈ ਨਿਮਕ ਮਾਹਿ ਨਿਸਤਾਰਾ, ਇੱਕ ਕਹਾਣੀ ਦੱਸੀ ਹੈ ਨਾ ਕਿ ਅਜਾਮਲ ਵਰਗਾ ਬਚ ਗਿਆ। ਇੱਥੇ ਵੈਸ਼ਿਆਵਾਂ ਬਚ ਗਈਆਂ, ਇੱਥੇ ਚੋਰ ਜਿਹੜੇ ਨੇ ਉਹ ਸਿੱਧੇ ਰਾਹ ਤੇ ਆ ਗਏ, ਇੱਥੇ ਧਾੜਵੀ ਜਿਹੜੇ ਨੇ ਉਹਨਾਂ ਦਾ ਜਿਹੜਾ ਜੀਵਨ ਕੱਪਰ ਦੇ ਵਿੱਚ ਫਸਿਆ ਸੀ ਉਹ ਬਾਹਰ ਆ ਗਿਆ। ਕੌਡਾ ਭੀਲ ਹੈ, ਸ਼ੇਖ ਸੱਜਣ ਹੈ, ਭੂਮੀਆਂ ਚੋਰ ਹੈ, ਹੋਰ ਅਨੇਕਾਂ ਨੇ। ਅੱਜ ਦੇ ਇਸ ਯੁੱਗ ਵਿੱਚ ਵੀ ਅਸੀਂ ਚੌਗਿਰਦੇ ਦੇਖਦੇ ਹਾਂ, ਬਹੁਤ ਸਾਰੇ ਵਿੰਗੜੇ ਹੋਏ ਮਨੁੱਖ ਹੁੰਦੇ ਨੇ, ਲੇਕਿਨ ਉਹ ਬਿਲਕੁਲ ਸੁਧਰ ਜਾਂਦੇ ਨੇ। ਤਾਂ ਇੱਥੋਂ ਸਾਨੂੰ ਪ੍ਰੇਰਨਾ ਇਹ ਮਿਲ ਰਹੀ ਹੈ ਕਿ ਜੇ ਤੁਸੀਂ ਸਿੱਧੇ ਰਾਸਤੇ ਤੇ ਨਹੀਂ ਚੱਲਦੇ, ਗਿਆਨ ਦੀ ਸਹੀ ਵਰਤੋਂ ਨਹੀਂ ਕਰਦੇ, ਤਾਂ ਇਹ ਜੀਵਨ ਜਿਹੜਾ ਹੈ ਵਿਸ਼ੇ ਵਿਕਾਰਾਂ ਦੀਆਂ ਲਹਿਰਾਂ ਵਿੱਚ ਘਿਰ ਜਾਏਗਾ ਤੇ ਫਿਰ ਦਿਨ ਵੀ ਔਰ ਰਾਤ ਵੀ ਕਦੇ ਚੈਨ ਨਹੀਂ ਆਏਗਾ। ਇਸ ਲਈ ਜੇ ਚੈਨ ਦੀ ਨੀਂਦ ਸੌਣਾ ਚਾਹੁੰਦੇ ਹੋ, ਜੇ ਆਪਣੇ ਇਸ ਜੀਵਨ ਬੇੜੇ ਨੂੰ ਵਿਸ਼ੇ ਵਿਕਾਰਾਂ ਚੋਂ ਕੱਢਣਾ ਚਾਹੁੰਦੇ ਹੋ, ਤਾਂ ਉਹਦੇ ਵਾਸਤੇ ਇੱਕੋ ਹੀ ਇਲਾਜ ਹੈ ਕਿ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਵੀ ਜਾਏ, ਕਿਉਂਕਿ ਗੁਰੂ ਜਿਹੜਾ ਹੈ ਪੁਕਾਰ ਪੁਕਾਰ ਕੇ ਸਾਨੂੰ ਇਹ ਚੀਜ਼ਾਂ ਸਮਝਾ ਰਿਹਾ ਹੈ। ਲੰਮੀ ਲੰਮੀ ਨਦੀ ਵਹਿ ਕੰਧੀ ਕੇਰੈ ਹੇਤ, ਬੇੜੇ ਨੂੰ ਕੱਪਰ ਕਿਆ ਕਰੇ ਜੇ ਪਾਤਣ ਰਹਿ ਸੁਚੇਤ। ਲੰਮੀ ਲੰਮੀ ਨਦੀ, ਲੰਮੀ ਲੰਮੀ ਦਾ ਮਤਲਬ ਬਹੁਤ ਲੰਮੀ, ਨਦੀ ਦਾ ਮਤਲਬ ਦੁੱਖਾਂ ਦੀ ਨਦੀ, ਵਹਿ ਦਾ ਮਤਲਬ ਚੱਲ ਰਹੀ ਹੈ, ਕੇਰੇ ਦਾ ਮਤਲਬ ਹੁੰਦਾ ਹੈ, ਕੇਰਨ ਦਾ ਮਤਲਬ ਹੁੰਦਾ ਹੈ ਡੇਗਣਾ, ਕੇਰਨ ਵਾਸਤੇ, ਢਾਣ ਵਾਸਤੇ। ਤਾਂ ਸੰਸਾਰੀ ਬੰਦਿਆਂ ਰੂਪ ਕੰਧੀ ਰੁਖੜਿਆਂ ਨੂੰ ਢਾਣ ਲਈ, ਦੁਖੀ ਕਰਨ ਲਈ ਦੁੱਖਾਂ ਦੀ ਬੇਅੰਤ ਲੰਮੀ ਨਦੀ ਵਗ ਰਹੀ ਹੈ, ਦੁੱਖਾਂ ਦੀ ਲੰਮੀ ਨਦੀ ਵਗ ਰਹੀ ਹੈ। ਤੇ ਉਹ ਦੁੱਖਾਂ ਦੀ ਨਦੀ ਜਿਹੜੀ ਹੈ ਵਗ ਕਿਉਂ ਰਹੀ ਹੈ? ਕਿਉਂਕਿ ਜੀਵਨ ਦੇ ਅੰਦਰ ਵਿਸ਼ੇ ਵਿਕਾਰ ਨੇ, ਜਿਵੇਂ ਕਿ ਆਪਾਂ ਪਹਿਲਾਂ ਵੀ ਬੇਨਤੀ ਕੀਤੀ ਹੈ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਚੁਗਲੀ, ਨਿੰਦਾ, ਝੂਠ, ਫਰੇਬ, ਸੀਮਤ ਸੋਚ, ਮਾੜੀ ਸੋਚ, ਹੰਕਾਰ ਆਦਿਕ ਮੇਰ ਤੇਰ ਦੇ ਵਿਤਕਰੇ, ਇਹਨਾਂ ਵਿਕਾਰਾਂ ਕਰਕੇ ਦੁੱਖਾਂ ਦੀ ਲੰਬੀ ਨਦੀ ਵਗ ਰਹੀ ਹੈ। ਇਹ ਲੰਮੀ ਲਿਸਟ ਹੈ। ਜ਼ਰੂਰੀ ਨਹੀਂ ਕਿ ਇੱਕ ਬੰਦੇ ਦੇ ਅੰਦਰ ਸਾਰੇ ਦੋਸ਼ ਹੋਣ, ਕਿਸੇ ਦੇ ਵਿੱਚ ਕੋਈ ਦੋਸ਼ ਹੋ ਸਕਦਾ ਹੈ, ਕਿਸੇ ਵਿੱਚ ਕੋਈ ਦੋਸ਼ ਹੋ ਸਕਦਾ ਹੈ। ਹਰ ਬੰਦੇ ਦੀ ਜ਼ਿੰਦਗੀ ਦੇ ਵਿੱਚ ਦੁੱਖਾਂ ਦਾ ਆਪਣਾ ਵੱਖਰਾ ਵੱਖਰਾ ਕਾਰਨ ਹੋ ਸਕਦਾ ਹੈ, ਪਰ ਉਹ ਕਾਰਨ ਸਾਰੇ ਵਿਕਾਰ ਨੇ। ਜੀਵਨ ਦੇ ਸਹੀ ਰਾਸਤੇ ਤੋਂ ਖੁੰਝ ਜਾਣਾ ਇਹ ਮੇਨ ਕਾਰਨ ਹੈ, ਸੱਚ ਦੇ ਨਾਲੋਂ ਟੁੱਟ ਜਾਣਾ ਇਹ ਮੇਨ ਕਾਰਨ ਹੈ। ਤੇ ਦੁੱਖਾਂ ਦੀ ਬੜੀ ਲੰਬੀ ਨਦੀ ਹੈ ਜਿਹੜੀ ਵਹਿ ਰਹੀ ਹੈ, ਜੋ ਇਨਸਾਨ ਨੂੰ ਦੁਖੀ ਕਰ ਰਹੀ ਹੈ, ਤੇ ਉਹ ਦੁੱਖਾਂ ਦੀ ਨਦੀ ਵਿਕਾਰਾਂ ਦੀ ਹੈ। ਹੁਣ ਇਹਦਾ ਮਤਲਬ ਇਹ ਨਹੀਂ ਕਿ ਸਾਰੇ ਹੀ ਲੋਕ ਇਸ ਦੁਨੀਆ ਵਿੱਚ ਦੁਖੀ ਨੇ, ਜਾਂ ਸਾਰੇ ਹੀ ਜਿਹੜੇ ਬੇੜੇ ਨੇ ਉਹ ਦਰਿਆਵਾਂ ਦੇ ਵਿੱਚ ਡੁੱਬ ਜਾਂਦੇ ਨੇ, ਐਸਾ ਨਹੀਂ ਹੁੰਦਾ। ਜਿਹੜੇ ਬੇੜਿਆਂ ਨੂੰ ਚਲਾਉਣ ਵਾਲੇ ਮਲਾਹ ਸੁਚੇਤ ਨੇ, ਉਹ ਬੇੜੇ ਨਹੀਂ ਡੁੱਬਦੇ, ਉਹ ਬਚ ਜਾਂਦੇ ਨੇ। ਤਾਂ ਬਾਬਾ ਫਰੀਦ ਜੀ ਕਹਿ ਰਹੇ ਨੇ, ਲੰਮੀ ਲੰਮੀ ਨਦੀ ਵਹਿ ਕੰਧੀ ਕੀ ਰਹੇ, ਬੜੀ ਦੁੱਖਾਂ ਦੀ ਲੰਮੀ ਨਦੀ ਵਹਿ ਰਹੀ ਹੈ, ਜੀਵਨ ਦੇ ਲੰਮੇ ਦਰਿਆ ਵਗ ਰਹੇ ਨੇ, ਤੇ ਇਸ ਜੀਵਨ ਕਿਨਾਰੇ ਨੂੰ ਢਾ ਰਹੇ ਨੇ। ਕਿਵੇਂ ਢਾ ਰਹੇ ਨੇ? ਜਿਵੇਂ ਹੁਣ ਅੱਜ ਦਾ ਦਿਨ ਗਿਆ, ਤਾਂ ਅੱਜ ਦਾ ਦਿਨ ਜਿਹੜਾ ਹੈ ਸਾਡੀ ਉਮਰ ਨੂੰ ਢਾਲ ਆ ਗਿਆ ਨਾ, ਹੁਣ ਮੌਤ ਇੱਕ ਦਿਨ ਨਜ਼ਦੀਕ ਆ ਗਈ। ਕੱਲ ਦਾ ਦਿਨ ਜਾਏਗਾ ਤੇ ਮੌਤ ਇੱਕ ਦਿਨ ਹੋਰ ਨਜ਼ਦੀਕ ਆ ਜਾਏਗੀ। ਇੱਕ ਜਿਹੜਾ ਪਲ ਬੀਤ ਗਿਆ ਹੈ, ਉਸ ਪਲ ਨੇ ਸਾਡੀ ਜ਼ਿੰਦਗੀ ਦਾ ਇੱਕ ਪਲ ਢਾ ਦਿੱਤਾ ਹੈ, ਇੱਕ ਪਲ ਮੌਤ ਨਜ਼ਦੀਕ ਆ ਗਈ ਹੈ। ਤਾਂ ਇਸ ਤਰ੍ਹਾਂ ਇਹ ਜਿਹੜੀ ਹੈ ਨਦੀ ਢਹਿੰਦੀ ਜਾ ਰਹੀ ਹੈ, ਔਰ ਦੁੱਖਾਂ ਦੇ ਵਿੱਚ ਜਿਹੜਾ ਹੈ ਜ਼ਿੰਦਗੀ ਬੀਤ ਰਹੀ ਹੈ। ਬੇੜੇ ਨੂੰ ਕੱਪਰ ਕਿਆ ਕਰੇ? ਕੱਪਰ ਦਾ ਮਤਲਬ ਲਹਿਰਾਂ। ਜੇ ਪਾਤਣ ਰਹੇ ਸੁਚੇਤ, ਇਹ ਜੋ ਸੁਚੇਤ ਸ਼ਬਦ ਹੈ ਇਹਨੂੰ ਥੋੜਾ ਧਿਆਨ ਦੇ ਨਾਲ ਪੜ੍ਹਨ ਦੀ ਲੋੜ ਹੈ। ਪਾਤਣ ਦਾ ਮਤਲਬ ਪਾਤਣ ਦੇ, ਪਾਤਣ ਚੇਤ ਦਾ ਮਤਲਬ ਪਾਤਣ ਦੇ ਚੇਤੇ ਵਿੱਚ। ਇੱਥੇ ਚੇਤ ਦੇ ਤੱਤੇ ਨਾਲ ਸਿਹਾਰੀ ਹੈ, ਚੇਤੇ ਵਿੱਚ, ਮਲਾਹ ਦੇ ਚੇਤੇ ਵਿੱਚ। ਸੋ ਦਾ ਮਤਲਬ ਉਹ ਬੇੜਾ, ਚੇਤ ਦਾ ਮਤਲਬ ਚੇਤੇ ਵਿੱਚ। ਫਿਰ ਇਸ ਨਦੀ ਦਾ ਜਿਹੜਾ ਘੁੰਮਣ ਘੇਰ ਹੈ ਨਾ, ਉਸ ਜ਼ਿੰਦਗੀ ਰੂਪ ਬੇੜੇ ਦਾ ਕੋਈ ਨੁਕਸਾਨ ਨਹੀਂ ਕਰ ਸਕਦਾ ਜੋ ਸਤਿਗੁਰੂ ਮਲਾਹ ਦੇ ਚੇਤੇ ਵਿੱਚ ਰਹੇ। ਭਾਵ ਕਿ ਜੋ ਮਨੁੱਖ ਗੁਰੂ ਨੂੰ ਚੇਤੇ ਰੱਖਦਾ ਹੈ, ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਦਾ ਹੈ, ਜਿਹਦੀ ਰਾਖੀ ਕਰਨ ਵਾਲਾ ਗੁਰੂ ਹੈ, ਉਸ ਬੇੜੇ ਦਾ ਜੀਵਨ, ਉਸ ਬੇੜੇ ਦਾ ਕੁਛ ਨਹੀਂ ਵਿਗੜਦਾ, ਉਸ ਬੇੜੇ ਨੂੰ ਵਿਕਾਰ ਕਦੇ ਵੀ ਨਹੀਂ ਡੋਬਦੇ ਜੋ ਗੁਰੂ ਦੇ ਚੇਤੇ ਵਿੱਚ ਹੈ। ਭਾਵ ਕਿ ਜੋ ਗੁਰੂ ਨੂੰ ਚੇਤੇ ਰੱਖਦਾ ਹੈ, ਜਿਸ ਨੇ ਆਪਣਾ ਪਿਆਰ ਗੁਰੂ ਨਾਲ ਬਣਾਇਆ ਹੈ, ਗੁਰੂ ਦੇ ਸਿਧਾਂਤਾਂ ਦੇ ਨਾਲ ਬਣਾਇਆ, ਜੇ ਗੁਰੂ ਦੇ ਚੇਤੇ ਵਿੱਚ ਹੈ,
ਜੇ ਗੁਰੂ ਦੇ ਨਾਲ ਜੁੜ ਕੇ ਰਹਿੰਦਾ ਹੈ, ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ, ਜੇ ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾ ਲੈਂਦਾ ਹੈ, ਤਾਂ ਉਸ ਬੇੜੇ ਨੂੰ ਕੱਪਰ ਜਿਹੜੇ ਨੇ, ਲਹਿਰਾਂ ਜਿਹੜੀਆਂ ਨੇ, ਉਹ ਕੁਝ ਨਹੀਂ ਵਿਗਾੜ ਸਕਦੀਆਂ। ਆ ਜਿਹੜੇ ਵੀ ਲਹਿਰਾਂ ਨੇ ਨਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਆਸਾ, ਤ੍ਰਿਸ਼ਨਾ, ਚੁਗਲੀ, ਨਿੰਦਾ, ਇਹ ਉਹਦਾ ਕੁਝ ਨਹੀਂ ਵਿਗਾੜ ਸਕਦੀਆਂ, ਕਿਉਂਕਿ ਉਹਨੇ ਇਸ ਲਹਿਰਾਂ ਵੱਲ ਜਾਣਾ ਹੀ ਨਹੀਂ ਹੈ। ਉਹ ਤਾਂ ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵੈਰਾਗ ਦੇ ਨਾਲ ਜੁੜਿਆ ਹੋਇਆ ਹੈ। ਉਹਦਾ ਇਸ ਪਾਸੇ ਧਿਆਨ ਹੀ ਨਹੀਂ, ਉਹਦੇ ਚੇਤੇ ਵਿੱਚ ਵੀ ਨਹੀਂ ਹੈ। ਉਹਦੇ ਜੀਵਨ ਦਾ ਇਹ ਲਹਿਰਾਂ ਜਿਹੜੀਆਂ ਨੇ ਕੁਝ ਨਹੀਂ ਵਿਗਾੜਦੀਆਂ। ਤਾਂ ਸਾਨੂੰ ਇੱਥੇ ਸਮਝਾਇਆ ਜਾ ਰਿਹਾ ਹੈ ਕਿ ਇਸ ਸੰਸਾਰ ਦੇ ਅੰਦਰ ਇੱਕ ਬੜੀ ਲੰਮੀ ਨਦੀ ਹੈ ਵਿਸ਼ੇ ਵਿਕਾਰਾਂ ਦੀ, ਬੜੀ ਲੰਬੀ ਲਿਸਟ ਹੈ ਜਿਹੜੀ ਵਹਿ ਰਹੀ ਹੈ, ਔਰ ਜਿਹੜੀ ਇਸ ਬੰਦੇ ਦੇ ਜੀਵਨ ਨੂੰ ਘੇਰ ਰਹੀ ਹੈ, ਇਹਨੂੰ ਆਤਮਕ ਮੌਤ ਦੇ ਰਹੀ ਹੈ, ਇਹਨੂੰ ਦੁਖੀ ਕਰ ਰਹੀ ਹੈ। ਪਰ ਜੋ ਲੋਕ ਗੁਰੂ ਦੇ ਦੱਸੇ ਰਾਹਾਂ ਤੇ ਤੁਰਦੇ ਨੇ, ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਂਦੇ ਹਨ, ਇਹ ਵਿਸ਼ੇ ਵਿਕਾਰ ਉਹਨਾਂ ਦਾ ਕੁਝ ਨਹੀਂ ਵਿਗਾੜਦੇ। ਉਹਨਾਂ ਦਾ ਇਹ ਜੀਵਨ ਬੇੜਾ ਸੰਸਾਰ ਤੋਂ ਬਿਲਕੁਲ ਅਲੇਪ ਰਹਿੰਦਿਆਂ ਹੋਇਆਂ ਪਾਰ ਹੋ ਜਾਂਦਾ ਹੈ। ਤਾਂ ਸਾਨੂੰ ਇੱਥੇ ਸਮਝਾਇਆ ਜਾ ਰਿਹਾ ਹੈ, ਜੀਵਨ ਦੀ ਜੁਗਤ ਦਿੱਤੀ ਜਾ ਰਹੀ ਹੈ ਕਿ ਅਸੀਂ ਇਸ ਸੰਸਾਰ ਦੇ ਅੰਦਰ ਰਹਿੰਦੇ ਹੋਏ ਗੁਰੂ ਨੂੰ ਦਰਸਾਏ ਮਾਰਗ ਨੂੰ ਜੇ ਅਪਣਾ ਲੈਂਦੇ ਆ, ਤਾਂ ਅਸੀਂ ਵਿਸ਼ੇ ਵਿਕਾਰਾਂ ਤੋਂ, ਦੁੱਖਾਂ ਤੋਂ, ਅਪਰਾਧਾਂ ਤੋਂ, ਪਾਪਾਂ ਤੋਂ ਬਿਲਕੁਲ ਬਚ ਸਕਦੇ ਆ। ਇਹ ਪੋਸੀਬਿਲਿਟੀ ਹੈ, ਪਰ ਉਹਦੇ ਵਾਸਤੇ ਸਾਧਨ ਹੈ ਗੁਰੂ ਦਾ ਗਿਆਨ। ਫਰੀਦਾ ਗੱਲੀ ਸੋ ਸੱਜਣ ਵੀ, ਇੱਕ ਢੂੰਡੇਂਦੀ ਨਾ ਲਹਾਂ, ਤੁਖਾਂ ਜਿਉ ਮਾਲੀ, ਕਾਰਨ ਤਿਨਾ ਮਾਪਰੀ। ਹੁਣ ਇੱਥੇ ਗਲੀ ਲਿਖਿਆ ਹੈ, ਗਲੀ। ਜੇ ਅਸੀਂ ਗਲੀ ਪੜਾਂਗੇ ਨਾ, ਤਾਂ ਇਹਦਾ ਮਤਲਬ ਹੋ ਜਾਏਗਾ ਗਲਿਆਂ ਵਿੱਚ। ਗਲੀ ਸ਼ਬਦ 3 ਅਰਥਾਂ ਵਿੱਚ ਪਾਵਨ ਬਾਣੀ ਵਿੱਚ ਆਉਂਦਾ ਹੈ, ਤੇ ਤਿੰਨਾਂ ਥਾਵਾਂ ਤੇ ਉਸ ਦਾ ਉਚਾਰਨ ਵੀ ਵੱਖਰਾ ਵੱਖਰਾ ਕਰਨਾ ਹੋਵੇਗਾ। ਜਿਵੇਂ ਸ਼ਬਦ ਹੈ ਗਲੀ ਜੋਗ ਨਾ ਹੋਈ, ਗੱਗਾ ਲੱਲੇ ਨਾਲ ਬਿਹਾਰੀ ਗਲੀ। ਹੁਣ ਇੱਥੇ ਗਲੀ ਦਾ ਮਤਲਬ ਗਲੀਆਂ ਨਹੀਂ, ਇੱਥੇ ਗਲੀ ਦਾ ਮਤਲਬ ਹੈ ਗੱਲੀ। ਗੱਲੀ ਜੋਗ ਨਾ ਹੋਈ, ਇੱਥੇ ਗੱਗੇ ਤੇ ਅੱਧਕ ਵੀ ਲਗਾਵਾਂਗੇ, ਔਰ ਲੱਲੇ ਦੀ ਬਿਹਾਰੀ ਦਾ ਉਚਾਰਨ ਨਾਸਕੀ ਹੋਏਗਾ, ਬਿੰਦੀ ਸਹਿਤ ਗੱਲੀ, ਤੇ ਅਰਥ ਹੋ ਜਾਏਗਾ ਗੱਲਾਂ ਨਾਲ। ਨਿਰੀਆਂ ਗੱਲਾਂ ਨਾਲ ਜੋਗ ਨਹੀਂ ਹੁੰਦਾ, ਜੁੜਨਾ ਨਹੀਂ ਹੁੰਦਾ। ਦੂਜਾ ਹੈ ਗਲੀ ਜਿਨ੍ਹਾਂ ਜਪ ਮਾਲੀਆਂ। ਹੁਣ ਇੱਥੇ ਗਲੀ ਬਿੰਦੀ ਲਗਾ ਕੇ ਪੜਨਾ ਹੈ। ਗਲੀ ਦਾ ਮਤਲਬ ਗਲਿਆਂ ਵਿੱਚ, ਜਿਨ੍ਹਾਂ ਨੇ ਗਲਾਂ ਦੇ ਵਿੱਚ ਮਾਲਾ ਪਾਈਆਂ ਹੋਈਆਂ ਨੇ। ਇੱਥੇ ਗਲੀ ਦਾ ਅਰਥ ਹੈ ਗਲੇ। ਤੇ ਤੀਜਾ ਹੈ ਮੇਰੋ ਸੁੰਦਰ ਕਹੋ ਮਿਲੇ ਕਿਤ ਗਲੀ। ਇੱਥੇ ਗਲੀ ਦਾ ਮਤਲਬ ਹੈ ਰਾਸਤਾ, ਕਿ ਮੇਰਾ ਸੋਹਣਾ ਰੱਬ ਕਿਹੜੇ ਰਾਹ ਤੇ ਤੁਰਿਆ ਮਿਲੇਗਾ, ਉਹ ਕਿਹੜਾ ਰਾਹ ਹੈ, ਉਹ ਕਿਹੜੀ ਜੀਵਨ ਦੀ ਜੁਗਤ ਹੈ, ਜਿਸ ਜੀਵਨ ਜੁਗਤ ਨੂੰ ਅਪਣਾਇਆ ਮੇਰਾ ਪਿਆਰਾ ਪ੍ਰੀਤਮ ਮਿਲ ਜਾਏ। ਇਸ ਲਈ ਇੱਥੇ ਜੋ ਗਲੀ ਸ਼ਬਦ ਲਿਖਿਆ ਹੈ, ਇੱਥੇ ਗੱਗੇ ਤੇ ਅੱਧਕ ਲਗਾ ਕੇ ਬੋਲਾਂਗੇ ਗੱਲੀ। ਫਰੀਦਾ ਗੱਲੀ ਸੋ ਸੱਜਣ ਵੀ, 21 ਜਿਹੜਾ ਹੁੰਦਾ ਹੈ, ਮਤਲਬ ਅਨੇਕਾਂ। ਇੱਕ ਢੂੰਡੇਂਦੀ ਨਾ ਲਹਾਂ, ਢੂੰਡੇਂਦੀ ਦਾ ਮਤਲਬ ਜਦੋਂ ਮੈਂ ਲੱਭਦੀ ਹਾਂ, ਪਰਖਦੀ ਹਾਂ। ਤਾਂ ਬਾਬਾ ਫਰੀਦ ਜੀ ਕਹਿੰਦੇ ਨੇ ਗੱਲਾਂ ਨਾਲ ਪਤਿਆਣ ਵਾਲੇ ਮਿੱਤਰ ਤਾਂ ਬੜੇ ਮਿਲ ਪੈਂਦੇ। ਗੱਲੀ ਸੋ ਸੱਜਣ ਵੀ, ਇੱਥੇ 20 ਦਾ ਮਤਲਬ ਇਹ ਨਹੀਂ ਕਿ 20 ਹੀ ਹੈ, 21 ਨਹੀਂ ਹੋ ਸਕਦੇ ਜਾਂ 22 ਨਹੀਂ। 20 ਦਾ ਮਤਲਬ ਇੱਥੇ ਅਨੇਕਾਂ। ਜਿਵੇਂ ਅਸੀਂ ਕਹਿੰਦੇ ਨੇ ਨਾ, ਤੇਰੇ ਵਰਗੇ 36 ਵੇਖੇ ਨੇ, ਤੇ 36 ਦਾ ਮਤਲਬ ਇਹ ਨਹੀਂ ਕਿ 35 ਨਹੀਂ ਵੇਖੇ ਜਾਂ 37 ਨਹੀਂ ਵੇਖੇ। 36 ਦਾ ਮਤਲਬ ਹੁੰਦਾ ਹੈ ਅਨੇਕਾਂ, ਪਰ ਤੇਰੀ ਮਤਲਬ ਤੇਰੀ ਕੋਈ ਵੈਲਿਊ ਨਹੀਂ ਹੈ, ਅਨੇਕਾਂ ਵੇਖੇ ਨੇ ਤੇਰੇ ਵਰਗੇ। ਇੱਥੇ 36, ਉਹੀ ਗੱਲ ਇੱਥੇ 20 ਦੀ ਹੈ। ਫਰੀਦਾ ਗੱਲੀ ਸੋ ਸੱਜਣ ਵੀ, ਗੱਲਾਂ ਦੇ ਨਾਲ ਪਤਿਆਉਣ ਵਾਲੇ ਤਾਂ 20 ਮਿੱਤਰ ਮਿਲ ਪਾਣਗੇ, ਅਨੇਕਾਂ ਮਿੱਤਰ ਮਿਲ ਜਾਣਗੇ। ਇੱਕ ਢੂੰਡੇਂਦੀ ਨਾ ਲਹਾਂ, ਪਰ ਖੋਜ ਕਰਦੇ ਆ, ਜਦੋਂ ਪਰਖਦੇ ਆ, ਤੇ ਸੱਚਾ ਮਿੱਤਰ ਕੋਈ ਵੀ ਨਹੀਂ ਲੱਭਦਾ। ਜਦੋਂ ਪਰਖਦੇ ਆ ਤਾਂ ਸੱਚਾ ਮਿੱਤਰ ਕੋਈ ਨਹੀਂ ਲੱਭਦਾ, ਗੱਲੀ ਬਾਤੀ ਮਿੱਤਰ ਬੜੇ। ਝੂਠੀ ਪ੍ਰੀਤ ਬਹੁਤ ਹੈ, ਸੱਚੀ ਪ੍ਰੀਤ ਨਹੀਂ ਹੈ। ਇਹ ਆਪਾਂ ਪਹਿਲਾਂ ਕਈ ਵਾਰੀ ਵਿਚਾਰ ਚੁੱਕੇ ਆ ਪ੍ਰੀਤ ਬਾਰੇ, ਪ੍ਰੇਮ ਬਾਰੇ। ਜਦੋਂ ਅਸੀਂ ਪ੍ਰੇਮ ਨੂੰ ਸਮਝਦੇ ਆ ਨਾ ਕਿ ਪ੍ਰੇਮ ਕੀ ਹੈ, ਤਾਂ ਪ੍ਰੇਮ ਦਾ ਮਤਲਬ ਹੈਗਾ, ਜੇ ਅਸੀਂ ਉਹਦੀ ਡੈਫੀਨੇਸ਼ਨ ਕੁਝ ਬਣਾਉਣ ਦਾ ਯਤਨ ਕਰੀਏ, ਤਾਂ ਸ਼ਬਦਾਵਲੀ ਕੁਝ ਐਸੀ ਹੋਏਗੀ ਕਿ ਸ਼ੁਭ ਔਰ ਨਿਸਵਾਰਥ ਭਾਵਨਾਵਾਂ ਦੇ ਨਾਲ ਕੀਤੇ ਹੋਏ ਆਤਮ ਸਮਰਪਣ ਦਾ ਨਾਮ ਪ੍ਰੇਮ ਹੈ। ਸ਼ੁਭ ਅਤੇ ਨਿਸਵਾਰਥ ਭਾਵਨਾਵਾਂ ਦੇ ਨਾਲ ਕੀਤੇ ਹੋਏ ਆਤਮ ਸਮਰਪਣ ਦਾ ਨਾਮ ਪ੍ਰੇਮ ਹੈ। ਤਾਂ ਪ੍ਰੇਮ ਤਾਂ ਸਮਰਪਣ ਹੈ, ਸਮਰਪਣ ਦਾ ਨਾਮ ਹੈ।
ਪ੍ਰੇਮ ਕੰਪਰੋਮਾਈਜ਼ ਦਾ ਨਾਮ ਨਹੀਂ ਹੈ ਕਿ ਮੈਂ ਤੁਹਾਡੇ ਨਾਲ ਕੰਪਰੋਮਾਈਜ਼ ਕਰ ਲਿਆ ਕਿ ਤੁਸੀਂ ਐਵੇਂ ਕਰੋ ਤੇ ਮੈਂ ਐਵੇਂ ਕਰਾਂ ਤੇ ਫਿਰ ਸਾਡਾ ਪ੍ਰੇਮ ਨਿਭ ਜਾਏਗਾ। ਇਹ ਕੰਪਰੋਮਾਈਜ਼ ਕਦੇ ਵੀ ਟੁੱਟ ਜਾਏਗਾ। ਕੰਪਰੋਮਾਈਜ਼ ਹਮੇਸ਼ਾ ਟੁੱਟਦੇ ਨੇ, ਕੁਝ ਨਿਭਦੇ ਨੇ, ਬਹੁਤੇ ਟੁੱਟਦੇ ਨੇ, ਪਰ ਸਮਰਪਣ ਕਦੇ ਟੁੱਟਦਾ ਨਹੀਂ ਕਿਉਂਕਿ ਸਮਰਪਿਤ ਹੀ ਹੋ ਗਿਆ, ਆਪਣਾ ਆਪਾਂ ਸਰੈਂਡਰ ਹੀ ਕਰ ਦਿੱਤਾ। ਇਸ ਲਈ ਪ੍ਰੇਮ ਸਮਰਪਣ ਦਾ ਨਾਮ। ਹੁਣ ਅਸੀਂ ਆਮ ਕਹਿੰਦੇ ਆ ਯਾਰ ਮੈਂ ਤੇਰੇ ਨਾਲ ਇੰਨਾ ਪ੍ਰੇਮ ਕਰਦਾ, ਤੂੰ ਮੈਨੂੰ ਉੱਥੋਂ ਤੱਕ ਛੱਡ ਕੇ ਨਹੀਂ ਆ ਸਕਦਾ। ਭੈਣ ਮੈਂ ਤੇਰੇ ਨਾਲ ਇੰਨਾ ਪ੍ਰੇਮ ਕਰਦਾ, ਤੂੰ ਮੇਰਾ ਪ੍ਰਸ਼ਾਦੇ ਨਹੀਂ ਮੈਨੂੰ ਪਕਾ ਕੇ ਦੇ ਸਕਦੀ। ਵੀਰ ਮੈਂ ਤੇਰੇ ਨਾਲ ਇੰਨਾ ਪ੍ਰੇਮ ਕਰਨਾ ਯਾਰ, ਤੂੰ 400 ਪਾਉਂਡ ਨਹੀਂ ਤੂੰ ਮੈਨੂੰ ਦੇ ਸਕਦਾ, ਤੂੰ ਮੇਰੇ ਨਾਲ ਉੱਥੋਂ ਤੱਕ ਚੱਲ ਨਹੀਂ ਸਕਦਾ। ਅਸੀਂ ਪ੍ਰੇਮ ਸ਼ਬਦ ਲੈ ਕੇ ਅਗਲੇ ਨੂੰ ਇਮੋਸ਼ਨਲ ਬਲੈਕਮੇਲ ਕਰਦੇ ਹਾਂ। ਅਸੀਂ ਉਹਨੂੰ ਆਪਣਾ ਗੁਲਾਮ ਬਣਾਉਣਾ ਚਾਹੁੰਦੇ ਹਾਂ ਕਿ ਮੈਂ ਤੇਰੇ ਨਾਲ ਪ੍ਰੇਮ ਕਰਨਾ ਇਸ ਲਈ ਮੈਨੂੰ ਉੱਥੇ ਛੱਡ ਕੇ ਆ, ਮੈਂ ਤੇਰੇ ਲਈ ਪ੍ਰੇਮ ਕਰਨਾ ਤੂੰ ਮੈਨੂੰ ਪ੍ਰਸ਼ਾਦੇ ਬਣਾ ਕੇ ਦੇ, ਮੈਂ ਤੈਨੂੰ ਪ੍ਰੇਮ ਕਰਨਾ ਜੇ ਮੈਂ ਕਹਾਂ ਤੇ ਸਾਹ ਲੈ, ਜੇ ਮੈਂ ਨਾ ਕਹਾਂ ਤੇ ਤੂੰ ਸਾਹ ਨਾ ਲੈ, ਜੇ ਮੇਰੇ ਕਹਿਣ ਤੋਂ ਬਿਨਾਂ ਤੂੰ ਸਾਹ ਲੈ ਤੇ ਇਹਦਾ ਮਤਲਬ ਤੂੰ ਮੇਰੇ ਨਾਲ ਪ੍ਰੇਮ ਨਹੀਂ ਕਰ। ਇਹ ਤਾਂ ਗੱਲ ਨਾ ਹੋਈ। ਪ੍ਰੇਮ ਤਾਂ ਸਮਰਪਣ ਹੈ। ਪ੍ਰੇਮ ਦੋ ਸ਼ਬਦਾਂ ਤੋਂ ਬਣਿਆ ਹੈ, ਪਰੇ ਪਲਸ ਮਾਂ। ਮਾਂ ਦਾ ਮਤਲਬ ਮੈਂ, ਈਗੋ। ਜਿੱਥੋਂ ਈਗੋ ਦੂਰ ਹੋ ਜਾਏ ਉੱਥੋਂ ਪ੍ਰੇਮ ਦੀ ਦੁਨੀਆ ਸ਼ੁਰੂ ਹੁੰਦੀ ਹੈ। ਜਦੋਂ ਈਗੋ ਮੁੱਕ ਜਾਏ, ਮੈਂ ਮੁੱਕ ਜਾਏ, ਉੱਥੋਂ ਪ੍ਰੇਮ ਦੀ ਦੁਨੀਆ ਸ਼ੁਰੂ ਹੁੰਦੀ ਹੈ। ਤੇ ਕਿੰਨਿਆਂ ਕੁ ਦੇ ਵਿੱਚੋਂ ਈਗੋ ਮੁਕਤੀ ਹੁੰਦੀ ਹੈ ਜਿਹੜੇ ਸਾਡੇ ਮਿੱਤਰ ਨੇ ਜਾਂ ਜਿਨ੍ਹਾਂ ਦੇ ਅਸੀਂ ਮਿੱਤਰ ਆ। ਪ੍ਰੇਮ ਦੀ ਦੂਜੀ ਸ਼ਰਤ ਹੈ ਕਿ ਉੱਥੇ ਕੋਈ ਲਾਲਚ ਨਹੀਂ ਹੈ। ਫਰੀਦਾ ਜਾਂ ਲੱਭ ਤਾਂ ਨਹੀਂ ਗਿਆ। ਜੇ ਲਾਲਚ ਹੈ ਤਾਂ ਉਹ ਪ੍ਰੇਮ ਨਹੀਂ ਹੈ। ਉਹ ਹੁਣ ਵੀ ਟੁੱਟੇਗਾ, ਘੜੀ ਨੂੰ ਵੀ ਟੁੱਟੇਗਾ। ਜਿਵੇਂ ਛੱਪਰ ਟੁੱਟਿਆ ਹੋਵੇ, ਟੁੱਟੇ ਹੋਏ ਛੱਪਰ ਤੇ ਬਰਸਾਤ ਪੈਣ ਲੱਗ ਜਾਏ ਤੇ ਕਿੰਨਾ ਕੁ ਚਿਰ ਲੰਘੇਗਾ, ਕਿੰਨਾ ਚਿਰ ਝੱਟ ਲੰਘਾਓਗੇ, ਨਹੀਂ ਝੱਟ ਲੰਘਣਾ। ਇਸੇ ਤਰ੍ਹਾਂ ਜਿਸ ਮਿਲਵਰਤਨ ਦੇ ਅੰਦਰ ਲੱਭ ਲੋਭ ਦੇ ਮੰਗੋਰੇ ਹੋਣਗੇ, ਅੱਜ ਵੀ ਟੁੱਟੇਗਾ, ਕੱਲ ਵੀ ਟੁੱਟੇਗਾ। ਤੇ ਸਾਡਾ ਪ੍ਰੇਮ ਕੀ ਹੈ ਕਿ ਬਾਬਾ ਮੈਨੂੰ ਬੁਖਾਰ ਹੈ ਤੇ ਮੇਰਾ ਬੁਖਾਰ ਉਤਾਰ ਦੇ, ਫਿਰ ਮੈਂ 2.5 ਰੁਪਏ ਦੇ ਪਤਾਸੇ ਚੜਾ ਦਿਆਂਗਾ। ਯਾਨੀ ਮੇਰਾ ਬੁਖਾਰ ਪਹਿਲੋਂ ਲਾ, 2.5 ਦੇ ਪਤਾਸੇ ਫਿਰ ਚੜਾਂਗਾ, ਮਤੇ ਮੈਂ 2.5 ਦੇ ਪਤਾਸੇ ਪਹਿਲੋਂ ਚੜਾ ਦਿਆਂ, ਬਾਬਾ ਪਤਾਸੇ ਖਾ ਕੇ ਮੁੱਕਰ ਜਾਏ ਤੇ ਮੇਰਾ ਬੁਖਾਰ ਨਾ ਉਤਰੇ। ਯਾਨੀ ਪੈਰਾਸੀਟਾਮੋਲ ਦੀਆਂ ਗੋਲੀਆਂ ਰੱਬ ਖਾਏ, ਕਲੋਰੋਕੁਇਨ ਦੀਆਂ ਗੋਲੀਆਂ ਉਹ ਖਵਾਏ, ਨੈਵਾਕੁਇਨ ਦੇ ਇੰਜੈਕਸ਼ਨ ਰੱਬ ਲਵਾਵੇ ਤੇ ਬੁਖਾਰ ਮੇਰਾ ਉਤਰ ਜਾਏ। ਮੈਂ 2.5 ਦੇ ਪਤਾਸੇ ਦੇ ਦਿਆਂਗਾ। ਇਹ ਪ੍ਰੇਮ ਥੋੜਾ। ਮੇਰੀ ਲੱਖ ਦੀ ਲਾਟਰੀ ਕੱਢ, ਫਿਰ ਮੈਂ 1.25 ਦੇ ਪਤਾਸੇ ਚੜਾ। ਮੈਨੂੰ ਇਹ ਚੀਜ਼ ਦੇ ਤਾਂ ਮੈਂ ਤੇਰੇ ਨਾਲ। ਤਾਂ ਲੱਭ ਨਹੀਂ ਹੈ। ਪ੍ਰੇਮ ਦੀ ਤੀਜੀ ਸ਼ਰਤ ਹੈ ਤਿਆਗ, ਆਪਣਾ ਆਪਾ ਤਿਆਗ ਦੇਣਾ। ਜਿਵੇਂ ਆਪਾਂ ਵਿਚਾਰ ਕੀਤਾ ਸੀ ਗਲੀਏ ਚਿੱਕੜ ਦੂਰ ਕਰ। ਜਿਵੇਂ ਆਪਾਂ ਇਤਿਹਾਸ ਦੀ ਥੋੜੀ ਵਿਚਾਰ ਕੀਤੀ ਸੀ, ਮੀਰ ਮੰਨੂ ਦੇ ਜੇਲ੍ਹ ਦੇ ਅੰਦਰ ਨੌਜਵਾਨ ਧੀਆਂ ਭੈਣਾਂ, ਬੱਚੀਆਂ, ਨੌਜਵਾਨ ਬਜ਼ੁਰਗ ਮਾਤਾਵਾਂ, ਜਿਨ੍ਹਾਂ ਦੇ ਬੱਚਿਆਂ ਦੇ ਟੁਕੜੇ ਟੁਕੜੇ ਕਰਕੇ ਗਲੇ ਦੇ ਹਾਰ ਪਵਾ ਦਿੱਤੇ ਗਏ, ਲੇਕਿਨ ਉਹਨਾਂ ਨੇ ਉਸ ਪ੍ਰੇਮ ਨੂੰ, ਸੱਚ ਨੂੰ ਛੱਡਿਆ ਨਹੀਂ ਹੈ। ਤਾਂ ਕਿੰਨੇ ਕੁ ਲੋਕ ਨੇ ਜੋ, ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਕਿ ਉਹ ਸਾਡੇ ਨਾਲ ਪਿਆਰ ਕਰਦੇ ਨੇ, ਜਾਂ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਵੀ ਅਸੀਂ ਉਹਨਾਂ ਨਾਲ ਪਿਆਰ ਕਰਨੇ ਆ, ਕਿੰਨੇ ਕੁ ਲੋਕ ਨੇ ਜੋ ਸਾਡੇ ਵਾਸਤੇ ਆਪਣੇ ਬੱਚੇ ਮਰਵਾ ਸਕਦੇ ਨੇ? ਹੈ ਕੋਈ? ਇੱਕ ਵੀ ਨਹੀਂ ਲੱਭਣਾ। ਤੇ ਕਿੰਨੇ ਕੁ ਲੋਕ ਨੇ ਜਿਨ੍ਹਾਂ ਵਾਸਤੇ ਅਸੀਂ ਆਪਣੇ ਬੱਚੇ ਮਰਵਾ ਸਕਦੇ ਆ? ਹੈ ਕੋਈ? ਅਸੀਂ ਮਰਵਾ ਲਵਾਂਗੇ ਨਾ? ਤਾਂ ਫਿਰ ਗੱਲਾਂ ਹੀ ਬਾਤੀਆਂ ਨਾ। ਗੁਰੂ ਨੇ ਸਿੱਖ ਨਾਲ ਪ੍ਰੇਮ ਕੀਤਾ ਨਾ, ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ। ਤਾਂ ਗੁਰੂ ਨੇ ਆਪਣਾ ਪਿਤਾ ਵੀ ਵਾਰ ਦਿੱਤਾ ਹੈ, ਆਪਣਾ ਆਪ ਵਾਰ ਦਿੱਤਾ ਹੈ, ਆਪਣਾ ਸਰਬੰਸ ਵਾਰ ਦਿੱਤਾ ਹੈ। ਤੇ ਜਿਨ੍ਹਾਂ ਸਿੱਖਾਂ ਨੇ ਵੀ ਗੁਰੂ ਨਾਲ ਪਿਆਰ ਕੀਤਾ ਹੈ, ਉਹਨਾਂ ਨੇ ਵੀ ਆਪਣਾ ਆਪਾ ਵਾਰ ਦਿੱਤਾ ਹੈ। ਉਹਨਾਂ ਨੇ ਵੀ ਆਪਣੇ ਬੱਚਿਆਂ ਦੇ ਟੁਕੜੇ ਟੁਕੜੇ ਕਰਵਾ ਕੇ ਗਲਿਆਂ 'ਚ ਹਾਰ ਪਵਾ ਲਏ ਨੇ। ਤੇ ਚੌਥੀ ਪ੍ਰੇਮ ਦੀ ਸ਼ਰਤ ਹੈ ਪਾਰਦਰਸ਼ੀ ਮਿਲਵਰਤਨ, ਜਿਹਦੇ ਵਿੱਚ ਕੋਈ ਲੁਕਾ ਛਿਪਾ ਨਾ ਹੋਵੇ। ਜੇ ਮੇਰਾ ਤੁਹਾਡੇ ਨਾਲ ਪ੍ਰੇਮ ਹੈ, ਮੈਂ ਕਹਿਣਾ ਕਿ ਮੈਂ ਤੁਹਾਡੇ ਨਾਲ ਪ੍ਰੇਮ ਕਰਨਾ, ਤਾਂ ਫਿਰ ਮੇਰੀ ਜ਼ਿੰਦਗੀ ਦਾ ਕੋਈ ਵੀ ਪੱਖ ਛਿਪਿਆ ਹੋਇਆ ਨਹੀਂ ਹੋਣਾ ਚਾਹੀਦਾ। ਤੇ ਜੇ ਮੈਂ ਤੁਹਾਡੇ ਤੋਂ ਕੁਝ ਛਿਪਾ ਰਿਹਾ ਹਾਂ, ਤਾਂ ਇਹਦਾ ਮਤਲਬ ਮੈਂ ਕੁਝ ਗਲਤ ਕਰ ਰਿਹਾ ਹਾਂ, ਤੇ ਗਲਤ ਕਰਨ ਵਾਲਾ ਸੱਚਾ ਪਿਆਰ ਕਰਨ ਵਾਲਾ ਨਹੀਂ ਹੁੰਦਾ। ਕਿਉਂਕਿ ਛਿਪਾਉਂਦੇ ਅਸੀਂ ਉਹ ਚੀਜ਼ ਆ ਜੋ ਪਾਪ ਹੋਵੇ। ਅਸੀਂ 1.25 ਰੁਪਇਆ ਦੇ ਕੇ ਗੁਰਦੁਆਰੇ ਅਨਾਉਂਸ ਕਰਾਉਂਦੇ ਹਾਂ, ਕਰਾਉਣਾ ਚਾਹੀਦਾ ਹੈ, ਇਹਦੇ 'ਚ ਮੈਂ ਨਹੀਂ ਕਹਿ ਰਿਹਾ ਕਿ ਨਾ ਕਰਾਓ। ਲੇਕਿਨ ਜੋ ਅਸੀਂ ਕਿਸ ਦਾ ਲੱਖ ਪਾਉਂਡ ਦੱਬਿਆ ਹੋਇਆ ਹੈ, ਉਹ ਅਸੀਂ ਦੱਸਣਾ ਨਹੀਂ ਚਾਹੁੰਦੇ ਵੀ ਮੈਂ ਲੱਖ ਪਾਉਂਡ ਵੀ ਮਾਰਿਆ ਕਿਸੇ ਦਾ। 1.25 ਰੁਪਏ ਦੀ ਸਾਡੀ ਅਰਦਾਸ ਨਾ ਹੋਵੇ ਤੇ ਅਸੀਂ ਭਾਈ ਦੇ ਗਲ ਪੈ ਜਾਾਂਗੇ। 1.25 ਦੀ ਸਾਡੀ ਰਸੀਦ ਨਾ ਕੱਟੀ ਜਾਏ ਤੇ ਅਸੀਂ ਉਹਦਾ ਰੌਲਾ ਰੱਪਾ ਪਾਵਾਂਗੇ। ਮੇਰਾ ਮਤਲਬ ਇਹ ਨਹੀਂ ਕਿ ਨਾ ਪਾਓ, ਮੇਰਾ ਮਤਲਬ ਇਹ ਨਹੀਂ ਕਿ ਨਾ ਕਹੋ,
मेरा मतलब ये है कि ਜਿਹੜਾ ਲੱਖ ਪਾਉਂਡ ਮਾਰਿਆ ਉਹ ਵੀ ਰੌਲਾ ਪਾਓ ਕਿ ਮੈਂ ਫਲਾਂ ਬੰਦੇ ਦਾ ਲੱਖ ਕੋਈ ਮਾਰਿਆ ਨਹੀਂ ਦੱਸਦਾ ਕੋਈ। ਕਿੰਨੇ ਐਸੇ ਕਰਮ ਨੇ ਜੋ ਬੰਦਾ ਧੀਆਂ ਪੁੱਤਰਾਂ ਭੈਣਾਂ ਭਰਾਵਾਂ ਤੋਂ ਛਿਪ ਛਿਪ ਕੇ ਕਰਦਾ ਹੈ ਤੇ ਉਹ ਸਾਰੇ ਪਾਪ ਕਰਮ ਨੇ। ਤੇ ਪਾਪ ਕਰਨ ਵਾਲਾ ਬੰਦਾ ਕਦੇ ਪ੍ਰੇਮ ਕਰਨ ਵਾਲਾ ਹੋ ਨਹੀਂ ਸਕਦਾ। ਤਾਂ ਇਸ ਸਟੇਜ ਤੇ, ਇਸ ਪਰਖ ਤੇ, ਇਸ ਸਟੈਂਡਰਡ ਦੇ ਉੱਤੇ ਜਦੋਂ ਅਸੀਂ ਪਰਖਾਂਗੇ ਤਾਂ ਗੱਲੀ ਸੋ ਸੱਜਣ 20 ਇੱਕ ਢੁੰਡੇਂਦੀ ਨਾ ਲਹਾਂ, ਗੱਲੀ ਬਾਤੀ 20 ਸੱਜਣ ਮਿਲ ਜਾਣਗੇ। ਪਰ ਜਦੋਂ ਮੈਂ ਲੱਭਦੀ ਆਂ ਪਰਖਦੀ ਆਂ ਤਾਂ ਪਰਖ ਦੇ ਵਿੱਚ ਤੇ ਇੱਕ ਵੀ ਸੱਜਣ ਪੂਰਾ ਨਹੀਂ ਉਤਰ ਰਿਹਾ ਜੋ ਮੈਨੂੰ ਸਚਿਆਰ ਬਣਾ ਦੇਵੇ ਔਰ ਜੋ ਆਪ ਵੀ ਸਚਿਆਰ ਹੋਵੇ। ਜਿਹੜਾ ਆਪ ਵੀ ਸਚਿਆਰ ਹੋਏ, ਮੈਨੂੰ ਵੀ ਸਚਿਆਰ ਬਣਾ ਦੇਵੇ, ਐਸਾ ਸੱਜਣ ਲੱਭ ਨਹੀਂ ਰਿਹਾ। ਤੁਖਾਂ ਜਿਉ ਮਾਲੀ, ਤੁਖਾਂ ਦਾ ਮਤਲਬ ਅੰਦਰੇ ਅੰਦਰ ਤੁਖਦਾ ਹਾਂ। ਮਾਲੀ ਦਾ ਮਤਲਬ ਹੁੰਦਾ ਹੈ ਮਲੀ। ਇਹ ਮਲੀ ਨੂੰ ਤੁਹਾਡੇ ਵਿੱਚੋਂ ਬਹੁਤੇ ਵੀਰ ਸਮਝਦੇ ਹੋਣਗੇ। ਸ਼ੇਖੂਪੁਰੇ ਇਲਾਕੇ ਦੀ ਬੋਲੀ ਵਿੱਚ ਪੰਜਾਬੀ ਬੋਲੀ ਜਾਂਦੀ ਖਾਸ ਕਰਕੇ। ਮੈਂ ਤੁਹਾਨੂੰ ਥੋੜੇ ਜਿਹੇ ਤਰੀਕੇ ਨਾਲ ਸਮਝਾਉਣ ਦਾ ਯਤਨ ਕਰਨਾ, ਜਿਸ ਕਰਕੇ ਹਰ ਇਲਾਕੇ ਵਿੱਚ ਕੋਈ ਵੱਖਰੇ ਵੱਖਰੇ ਵਰਡ ਹੁੰਦੇ ਨੇ, ਜਿਸ ਕਰਕੇ ਤੁਹਾਨੂੰ ਇਹ ਮਲੀ ਸ਼ਬਦ ਦੀ ਸਮਝ ਆ ਜਾਏ। ਅਸੀਂ ਸਿਆਲਾਂ ਦੇ ਅੰਦਰ ਨਾ ਪਸ਼ੂਆਂ ਨੂੰ ਅੰਦਰ ਬੰਨੀਦਾ ਸੀ ਨਾ, ਛੱਪਰਾਂ ਦੇ ਵਿੱਚ, ਕੋਠਿਆਂ ਦੇ ਵਿੱਚ ਅੰਦਰ ਬੰਨੀਦਾ ਸੀ ਤੇ ਪਸ਼ੂਆਂ ਦੇ ਮਲ ਮੂਤਰ ਰਾਹੀਂ ਅੰਦਰ ਗਿੱਲਾ ਹੋ ਜਾਂਦਾ ਸੀ, ਟੋਏ ਵੀ ਪੈ ਜਾਂਦੇ ਸਨ। ਤੇ ਫਿਰ ਰੂੜੀ ਤੋਂ ਨਾ ਜਾ ਕੇ ਕੁਛ ਸੁੱਕੀ ਸੁੱਕੀ ਜੀ ਰੂੜੀ ਚੁੱਕ ਕੇ ਲਿਆਈ ਸੀ, ਜਿਹੜੇ ਗੋਹੇ ਪਾਥੀਆਂ ਹੁੰਦੇ ਨੇ ਉਹਦਾ ਜਿਹੜਾ ਭੋਰ ਚੋਰ ਹੁੰਦਾ ਸੀ ਨਾ ਸੁੱਕਾ ਹੋਇਆ, ਉਹ ਲਿਆ ਕੇ ਉਹਨਾਂ ਟੋਇਆਂ ਵਿੱਚ ਪਾਈਦਾ ਸੀ। ਉਹਨੂੰ ਕਹਿੰਦੇ ਸੀ ਮਲੀ। ਜਿਹੜਾ ਗੋਹਿਆਂ ਦਾ ਭੋਰ ਚੋਰ ਹੁੰਦਾ ਹੈ ਉਹਨੂੰ ਮਲੀ ਕਹਿੰਦੇ। ਤੇ ਫਿਰ ਉਹ ਮਲੀ ਨੂੰ ਕਈ ਵਾਰੀ ਧੁਖਾ ਵੀ ਦਿੰਦੇ ਸਨ ਗਰਮੀਆਂ ਵਿੱਚ, ਜਦੋਂ ਬਰਸਾਤ ਦਾ ਮੌਸਮ ਹੁੰਦਾ ਹੈ ਕਿ ਧੂੰ ਹੋਣ ਦੇ ਨਾਲ ਮੱਛਰ ਵਗੈਰਾ ਨਾ ਆਏਗਾ, ਉਹਨੂੰ ਮਲੀ ਕਹਿੰਦੇ ਨੇ। ਤੇ ਉਹ ਅੱਗ ਨਾ ਬਲਦੀ ਨਹੀਂ, ਮਲੀ ਬਲਦੀ ਨਹੀਂ, ਮਲੀ ਧੁਖਦੀ ਹੈ ਹੌਲੇ ਹੌਲੇ, ਧੁਖ ਧੁਖ ਕੇ ਖਤਮ ਹੁੰਦੀ ਹੈ। ਜਿਵੇਂ ਲੱਕੜਾਂ ਬਾਲੀਏ ਤੇ ਬਲ ਕੇ ਥੋੜੇ ਚਿਰ ਚ ਖਤਮ ਹੋ ਜਾਂਦੀਆਂ ਨੇ, ਮਲੀ ਐਵੇਂ ਨਹੀਂ ਖਤਮ ਹੁੰਦੀ, ਉਹ ਧੁਖ ਧੁਖ ਕੇ ਹੌਲੇ ਹੌਲੇ ਖਤਮ। ਤੁਖਾਂ ਜਿਉ ਮਾਲੀ ਕਾਰਨ ਤਿਨਾ ਮਾਂ ਪਿਰੀ, ਮਾਂ ਪਿਰੀ। ਮਾਂ ਦਾ ਮਤਲਬ ਮੇਰਾ, ਇਹਨੂੰ ਮਾਂ ਨਹੀਂ ਪੜਨਾ। ਮਾਂ ਦਾ ਮਤਲਬ ਮਾਤਾ ਹੋ ਜਾਏਗਾ। ਮਾਂ ਪਿਰੀ, ਮਾਂ ਦਾ ਮਤਲਬ ਮੇਰਾ, ਪਿਰੀ ਦਾ ਮਤਲਬ ਪਿਆਰਾ, ਪਿਰੀ ਕਾਰਨ ਮਤਲਬ ਪਿਆਰੇ ਸੱਜਣਾ ਦੀ ਖਾਤਰ, ਤਿਨਾਂ ਦਾ ਮਤਲਬ ਉਹਨਾਂ। ਮੈਂ ਤਾਂ ਇਹੋ ਜਿਹੇ ਸਤਸੰਗੀ ਸੱਜਣਾ ਦੇ ਨਾ ਮਿਲਣ ਕਰਕੇ ਧੁਖਦੀਆਂ ਮਲੀ ਵਾਂਗ ਅੰਦਰੋਂ ਅੰਦਰੀ ਮੈਂ ਦੁਖੀ ਹੋ ਰਿਹਾ ਹਾਂ ਕਿ ਮੈਨੂੰ ਇਹੋ ਜਿਹਾ ਕੋਈ ਸੱਜਣ ਮਿਲ ਜਾਏ ਜੋ ਪਰਖ ਦੇ ਅੰਦਰ ਪੂਰਾ ਉਤਰੇ, ਜੋ ਸਚਿਆਰ ਹੋਵੇ ਔਰ ਜੋ ਮੈਨੂੰ ਵੀ ਸਚਿਆਰ ਬਣਾ ਦੇ। ਦੇਖੋ ਸਾਡਾ ਜੋ ਮਿਲਵਰਤਨ ਹੈ ਉਹ ਇਸ ਸਟੈਂਡਰਡ ਦਾ ਹੋਣਾ ਚਾਹੀਦਾ ਹੈ। ਇੱਥੋਂ ਸਾਨੂੰ ਸਿੱਖਿਆ ਮਿਲ ਰਹੀ ਹੈ। ਇਸ ਪਾਵਨ ਸ਼ਲੋਕ ਨੂੰ ਸਮਝਣ ਵਾਸਤੇ ਅਸੀਂ ਇੱਕ ਸ਼ਬਦ ਲੈ ਸਕਦੇ ਹਾਂ। ਗੁਰੂ ਜੀ ਦਾ ਪਾਵਨ ਬਚਨ ਹੈ ਕਿ ਏਕ ਪਿਤਾ ਏਕਸ ਕੇ ਹਮ ਬਾਰਿਕ ਤੂੰ ਮੇਰਾ ਗੁਹਾਈ। ਗੁਰ ਦਾ ਮਤਲਬ ਇੱਥਾ ਹੈ ਸਤਿਕਾਰਯੋਗ, ਹਾਈ ਦਾ ਮਤਲਬ ਹੈ ਕਿ ਅਸੀਂ ਦੋਵੇਂ ਇੱਕ ਹੀ ਪਿਤਾ ਦੇ ਬੱਚੇ ਆ ਤੇ ਤੂੰ ਮੇਰਾ ਸਤਿਕਾਰਯੋਗ ਹੈ ਕਿਉਂਕਿ ਤੂੰ ਗੁਰੂ ਦੇ ਰਾਸਤੇ ਨੂੰ ਅਪਣਾਇਆ ਹੋਇਆ ਹੈ। ਤੂੰ ਸਤ ਸੰਤੋਖ ਦਇਆ ਧਰਮ ਦਾ ਧਾਰਨੀ ਹੋਇਆ ਹੈ। ਤੇਰੀ ਸੁਰਤ ਰੱਬੀ ਗੁਣਾਂ ਦੇ ਵਿੱਚ ਜੁੜੀ ਹੈ। ਤੂੰ ਆਤਮਕ ਆਨੰਦ ਮਾਣ ਰਿਹਾ ਹੈ ਤੇ ਤੂੰ ਮੇਰੇ ਵਾਸਤੇ ਸਤਿਕਾਰਯੋਗ ਹੈ। ਸੁਣ ਮੀਤਾ ਹੋਂ ਤੇਰੀ ਸ਼ਰਣਾਈ ਆਇਆ, ਪ੍ਰਭ ਮਿਲੋਂ ਦੇਹ ਉਪਦੇਸ਼ਾ। ਐ ਮਿੱਤਰ ਮੈਂ ਤੇਰੇ ਚਰਨਾਂ ਦੀ ਸ਼ਰਨ ਵਿੱਚ ਆਇਆ, ਮੈਨੂੰ ਕੋਈ ਉਪਦੇਸ਼ ਦੇ ਜਿਸ ਕਰਕੇ ਮੈਂ ਪ੍ਰਭੂ ਦੇ ਨਾਲ ਮਿਲ ਸਕਾਂ, ਮੈਨੂੰ ਉਪਦੇਸ਼ ਦੇ। ਜਿਵੇਂ ਅਸੀਂ ਸਾਰੇ ਕਲਾਸ ਵਾਲੇ ਵੀਰ ਪ੍ਰਿਥੀਪਾਲ ਤੋਂ ਪੁੱਛ ਰਹੇ ਸਨ ਵੀ ਕਿਵੇਂ ਤੁਸੀਂ ਇਹ ਫੁੱਲ ਲਗਾਏ ਨੇ, ਸਾਨੂੰ ਵੀ ਦੱਸੋ, ਕਿਉਂਕਿ ਉਹਨਾਂ ਨੇ ਫੁੱਲ ਲਗਾਏ ਨੇ, ਤਜਰਬਾ ਹੈ, ਉਹ ਦੱਸ ਸਕਦੇ ਨੇ। ਹੁਣ ਅਸੀਂ ਉਸ ਗੁਰਸਿੱਖ ਨੂੰ, ਉਹ ਗੁਰਮੁਖ ਪਿਆਰਾ ਜੋ ਰੱਬੀ ਰਜਾ ਵਿੱਚ ਤੁਰਦਾ ਹੈ ਪਿਆ, ਉਹਨੂੰ ਕਿਹਾ ਜਾ ਸਕਦਾ ਨਾ ਵੀ ਮੈਨੂੰ ਵੀ ਦੱਸ ਵੀ ਤੂੰ ਇਹੋ ਜਿਹੀ ਜ਼ਿੰਦਗੀ ਕਿਵੇਂ ਬਣਾ ਲਈ ਜਿਵੇਂ ਇਸ ਦੁਨੀਆ ਵਿੱਚ ਲੋਭ ਹੰਕਾਰ ਈਰਖਾ ਦਵੇਸ਼ ਵੈਰ ਵਿਰੋਧ ਵਿੱਚ ਲੋਕ ਫਸੇ ਹੋਏ ਨੇ। ਹੰਕਾਰ ਨਾਲ ਲੋਕ ਆਫਰੇ ਫਿਰਦੇ ਨੇ। ਤੇ ਯਾਰ ਤੇਰੀ ਜ਼ਿੰਦਗੀ ਇੰਨੀ ਚੰਗੀ, ਤੇਰੀ ਟੋਨ ਬੜੀ ਪਿਆਰੀ ਹੈ, ਤੇਰੇ ਬੋਲ ਬੜੇ ਪਿਆਰੇ ਨੇ, ਤੇਰਾ ਵਿਹਾਰ ਬੜਾ ਪਿਆਰਾ ਹੈ, ਤੇਰੀ ਸੋਚ ਬੜੀ ਪਿਆਰੀ ਹੈ, ਤੇਰੀ ਐਸੀ ਜ਼ਿੰਦਗੀ ਕਿਵੇਂ ਬਣ ਗਈ? ਮੈਨੂੰ ਵੀ ਐਸਾ ਉਪਦੇਸ਼ ਦੇ।
ਤੇ ਫਿਰ ਉਹ ਉਪਦੇਸ਼ ਕੀ ਦੇ ਰਿਹਾ ਹੈ? ਮਾਨ ਨਾ ਕੀਜੈ, ਸਰਣ ਪਰੀਜੈ, ਕਰੈ ਸੋ ਭਲਾ ਮਨਾਈਐ। ਸੁਣ ਮੀਤਾ, ਜੀਉ ਪਿੰਡ ਸਭ ਤਨ ਅਰਪੀਜੈ, ਇਉ ਦਰਸ਼ਨ ਹਰ ਜੀਉ ਪਾਈਐ। ਉਸ ਮਿੱਤਰ ਨੇ ਇਹ ਨਹੀਂ ਕਿਹਾ ਕਿ ਤੂੰ ਮੇਰੇ ਨਾਲ ਜੁੜ, ਜੋ ਮੈਂ ਕਹਿੰਦਾ ਉਹ ਕਰ। ਉਹ ਕਹਿੰਦਾ ਨਾ, ਉਹ ਕਹਿੰਦਾ ਗੁਰੂ ਦੀ ਸ਼ਰਣੀ ਪੈਣਾ ਚਾਹੀਦਾ ਹੈ, ਰੱਬੀ ਰਜਾ ਵਿੱਚ ਰਾਜੀ ਰਹਿਣਾ ਚਾਹੀਦਾ ਹੈ, ਤਨ ਮਨ ਗੁਰੂ ਨੂੰ ਸੌਂਪ ਦੇਣਾ ਚਾਹੀਦਾ ਹੈ। ਭਾਵ ਤਨ ਮਨ ਧਨ ਕਰਕੇ ਉਹ ਕਰਮ ਕਰਨੇ ਚਾਹੀਦੇ ਨੇ ਜੋ ਗੁਰੂ ਨੂੰ ਮਨਜ਼ੂਰ ਨੇ, ਐਵੇਂ ਤੂੰ ਵੀ ਪ੍ਰਭੂ ਨੂੰ ਪਾ ਲਵੇਂਗਾ। ਤਾਂ ਇਹ ਸਾਡਾ ਮਿਲਵਰਤਨ ਇਸ ਸਟੈਂਡਰਡ ਦਾ ਹੋਣਾ ਚਾਹੀਦਾ ਹੈ ਕਿ ਸਾਡਾ ਮਿਲਵਰਤਨ ਰੱਬ ਦੀ ਭਗਤੀ ਬਣ ਜਾਏ, ਸਾਡੇ ਮਿਲਵਰਤਨ ਦੇ ਵਿੱਚੋਂ ਰੱਬ ਪ੍ਰਗਟ ਹੋ ਜਾਏ। ਐਸਾ ਮਿਲਵਰਤਨ, ਐਸੇ ਸੱਜਣ ਸਾਡੀ ਜ਼ਿੰਦਗੀ ਵਿੱਚ ਚਾਹੀਦੇ ਨੇ। ਤੇ ਹੁਣ ਇੱਥੇ ਇੱਕ ਸਵਾਲ ਪੈਦਾ ਹੋਏਗਾ, ਮੰਨ ਲਓ ਮੈਂ ਐਸਾ ਸੱਜਣ ਚਾਹਨਾ ਕਿ ਮੈਨੂੰ ਕੋਈ ਇਹੋ ਜਿਹਾ ਸੱਜਣ ਮਿਲੇ ਜਿਹਦਾ ਜ਼ਿੰਦਗੀ ਇੰਨੀ ਉੱਚੀ ਸੁੱਚੀ ਹੋਵੇ, ਇਹੋ ਜਿਹਾ ਸੱਜਣ ਕੋਈ ਮੈਨੂੰ ਮਿਲੇ, ਤੇ ਮੈਨੂੰ ਸੱਜਣ ਨਹੀਂ ਮਿਲਦਾ। ਮੰਨ ਲਓ ਆਪਾਂ ਇੱਕ ਆਪਣੀ ਕਲਾਸ ਦਾ ਨਾਮ ਲੈ ਕੇ ਗੱਲ ਕਰ ਲੈਂਦੇ ਆ, ਗੱਲ ਕਰਨੀ ਹੈ, ਗੱਲ ਸਮਝਣੀ ਹੈ। ਮੰਨ ਲਓ ਮੈਂ ਤੁਹਾਡੇ ਵਿੱਚੋਂ ਚਾਹਨਾ ਕਿ ਇਹੋ ਜਿਹਾ ਵੀਰ ਭੈਣ ਹੋਏ, ਇਹੋ ਜਿਹਾ ਮਿਲਵਰਤਨ ਮੇਰਾ ਹੋਏ, ਤੇ ਤੁਹਾਡੇ ਵਿੱਚੋਂ ਇਹੋ ਜਿਹਾ ਵੀਰ ਭੈਣ ਮੈਨੂੰ ਕੋਈ ਮਿਲਿਆ ਨਹੀਂ, ਮੈਂ ਚਾਹਨਾ ਪਰ ਤੁਹਾਡੇ ਵਿੱਚੋਂ ਨਹੀਂ ਮਿਲਿਆ, ਤਾਂ ਇਹਦੇ ਵਿੱਚ ਮੇਰੀ ਕੋਈ ਗਲਤੀ ਨਹੀਂ, ਤੁਹਾਡੀ ਗਲਤੀ ਹੈ, ਕਿਉਂਕਿ ਤੁਸੀਂ ਇਹੋ ਜਿਹੇ ਹੈ ਨਹੀਂ, ਤੁਹਾਡੇ ਵਿੱਚੋਂ ਕੋਈ ਇਹੋ ਜਿਹਾ ਨਹੀਂ, ਮੈਨੂੰ ਤਾਂ ਨਹੀਂ ਮਿਲਿਆ। ਮੇਰੀ ਗਲਤੀ ਨਹੀਂ, ਗਲਤੀ ਤੁਹਾਡੀ ਹੈ, ਕਿਉਂਕਿ ਮੈਂ ਤੇ ਲੱਭਣਾ ਚਾਹਨਾ। ਦੂਜੀ ਗੱਲ ਨੋਟ ਕਰਨ ਵਾਲੀ ਹੈ, ਜੇ ਤੁਸੀਂ 40-45 ਵੀਰ ਚਾਹੁੰਦੇ ਹੋ ਕਿ ਤੁਹਾਨੂੰ ਇਹੋ ਜਿਹਾ ਸੱਜਣ ਮਿਲੇ ਤੇ ਤੁਹਾਨੂੰ ਨਹੀਂ ਮਿਲਿਆ, ਤਾਂ ਫਿਰ 101% ਮੇਰੀ ਗਲਤੀ। ਜੇ ਤੁਹਾਨੂੰ ਨਹੀਂ ਮਿਲਿਆ ਤਾਂ ਫਿਰ ਮੇਰੀ ਗਲਤੀ ਹੈ। ਕਿਉਂ? ਕਿ ਮੈਨੂੰ ਤੇ ਇਹੋ ਜਿਹਾ ਬਣਨਾ ਚਾਹੀਦਾ ਨਾ ਕਿ ਕਿਸੇ ਦੂਜੇ ਨੂੰ ਮਤਲਬ ਇਹੋ ਜਿਹਾ ਕੋਈ ਸੱਜਣ ਮਿਲ ਜਾਏ। ਮੈਂ ਵੀ ਤੁਹਾਡੇ ਵਿੱਚੋਂ ਹੀ ਹਾਂ, ਤੁਹਾਨੂੰ ਨਹੀਂ ਮਿਲਿਆ ਫਿਰ ਮੇਰੀ ਗਲਤੀ ਹੈ। ਇਹਦਾ ਜੋ ਮੈਂ ਕਹਿਣਾ ਚਾਹੁੰਦਾ ਕਿ ਜੇ ਸਾਨੂੰ ਕੋਈ ਇਹੋ ਜਿਹਾ ਪਿਆਰਾ ਨਹੀਂ ਮਿਲਿਆ, ਸਾਡੀ ਖੋਜ ਪੂਰੀ ਨਹੀਂ ਹੋਈ, ਤਾਂ ਸਾਨੂੰ ਖੁਦ ਨੂੰ, ਹਰ ਇਨਸਾਨ ਨੂੰ, ਹਰ ਵੀਰ ਭੈਣ, ਬੱਚੀ ਬੱਚੇ, ਜਵਾਨ ਬਜ਼ੁਰਗ ਨੂੰ ਇਹੋ ਜਿਹਾ ਇਨਸਾਨ ਬਣਨਾ ਚਾਹੀਦਾ ਹੈ ਕਿ ਕਿਸੇ ਦੂਜੇ ਦੀ ਖੋਜ ਤੇ ਪੂਰੀ ਹੋ ਜਾਏ, ਕਿਸੇ ਦੂਜੇ ਨੂੰ ਇਹੋ ਜਿਹਾ ਸੱਜਣ ਤਾਂ ਮਿਲ ਜਾਏ। ਤਾਂ ਬਾਬਾ ਫਰੀਦ ਜੀ ਸਾਨੂੰ ਇੱਥੇ ਕਹਿ ਰਹੇ ਨੇ ਕਿ ਗੱਲੀ ਬਾਤੀ ਤੁਹਾਨੂੰ ਅਨੇਕਾਂ ਸੱਜਣ ਮਿਲ ਜਾਣਗੇ, ਪਰ ਜਦੋਂ ਅਸੀਂ ਸੱਚ ਦੇ ਆਧਾਰ ਦੇ ਉੱਤੇ ਪਰਖਦੇ ਹਾਂ, ਫਿਰ ਸਾਨੂੰ ਕੋਈ ਸੱਜਣ ਨਹੀਂ ਮਿਲਦਾ। ਐਸੇ ਸੱਜਣਾ ਵਾਸਤੇ ਮੈਂ ਤਾਂ ਮਲੀ ਦੀ ਤਰ੍ਹਾਂ ਧੁਖਦਾ ਹਾਂ, ਅੰਦਰੇ ਅੰਦਰ ਦੁਖੀ ਹੁੰਦਾ ਹਾਂ ਕਿ ਇਸ ਦੁਨੀਆ ਦੇ ਵਿੱਚ ਸੱਚੀ ਪ੍ਰੀਤ ਹੀ ਨਹੀਂ ਰਹੀ, ਸੱਚਾ ਪਿਆਰ ਹੀ ਨਹੀਂ ਰਿਹਾ। ਤਾਂ ਸਾਡੇ ਦੁੱਖਾਂ ਦਾ ਕਾਰਨ ਇਹ ਹੈ, ਸਾਡੇ ਦੁੱਖਾਂ ਦਾ ਕਾਰਨ ਹੈ। ਇਸ ਲਈ ਜੇ ਅਸੀਂ ਇਹੋ ਜਿਹੇ ਆਪ ਬਣੀਏ, ਸਾਡਾ ਮਿਲਵਰਤਨ ਇਹੋ ਜਿਹਾ ਮਹਾਨ ਹੋ ਜਾਏ, ਤਾਂ ਸਾਡੀ ਜ਼ਿੰਦਗੀ ਸਵਰਗ ਹੋ ਸਕਦੀ ਹੈ, ਸਾਡੇ ਜੀਵਨ ਦੇ ਅੰਦਰ ਸ਼ਾਂਤੀ ਆ ਸਕਦੀ ਹੈ, ਕਿਉਂਕਿ ਅਸੀਂ ਇੱਕ ਦੂਜੇ ਦੇ ਨਾਲ ਰਿਲੇਟਡ ਹਾਂ, ਅਸੀਂ ਸਮਾਜਿਕ ਪ੍ਰਾਣੀ ਹਾਂ, ਅਸੀਂ ਇੱਕ ਦੂਜੇ ਦੇ ਨਾਲ ਜੁੜੇ ਹੋਏ ਹਾਂ, ਅਸੀਂ ਇੱਕ ਦੂਜੇ ਨਾਲ ਧੋਖਾ ਵੀ ਕਰ ਸਕਦੇ ਹਾਂ, ਪਾਪ ਵਿਕਾਰ ਵੀ ਕਮਾ ਸਕਦੇ ਹਾਂ, ਅਸੀਂ ਵਿਸ਼ਵਾਸ ਵੀ ਬਣਾ ਸਕਦੇ ਹਾਂ, ਪਿਆਰ ਮੁਹੱਬਤ ਦੇ ਨਾਲ ਵੀ ਰਹਿ ਸਕਦੇ ਹਾਂ। ਇਸ ਲਈ ਸਾਨੂੰ ਇਹ ਆਪਸ਼ਨ ਚੁਣਨਾ ਚਾਹੀਦਾ ਹੈ ਕਿ ਅਸੀਂ ਸੱਚੀ ਜ਼ਿੰਦਗੀ ਜੀਵੀਏ, ਸੱਚੀ ਮਿੱਤਰਤਾ ਪਾਈਏ, ਸੱਚਾ ਪਿਆਰ ਪਾਈਏ ਔਰ ਸੱਚੀ ਜ਼ਿੰਦਗੀ ਜੀਵੀਏ, ਜਿਸ ਕਰਕੇ ਸਾਡਾ ਇਹ ਜੀਵਨ ਸੁਖੀ ਔਰ ਸ਼ਾਂਤ ਹੋ ਸਕੇ। ਸਾਨੂੰ ਇਹ ਪ੍ਰੇਰਨਾ ਇਸ ਪਾਵਨ ਸ਼ਲੋਕ ਤੋਂ ਮਿਲ ਰਹੀ ਹੈ। ਫਰੀਦਾ ਇਹ ਤਨ ਭੌਂਕਣਾ, ਨਿਤ ਨਿਤ ਦੁਖੀਏ ਕੌਣ, ਕੰਨੀ ਬੁੱਝੇ ਦੇ ਰਹਾ, ਕਿੱਤੀ ਵੱਗੇ ਪਾਉਣ। ਇਹ ਤਨ ਭੌਂਕਣਾ, ਭੌਂਕਣਾ ਦੀ ਬਜਾਏ ਭੱਬੇ ਤੇ ਬਿੰਦੀ ਲਾ ਕੇ ਪੜਾਂਗੇ ਭੌਂਕਣਾ। ਭੌਂਕਣਾ ਦਾ ਮਤਲਬ ਜਿਹਨੂੰ ਭੌਂਕਣ ਦੀ ਆਦਤ ਹੋਵੇ, ਅਸੀਂ ਕਹਿ ਦਿੰਦੇ ਫਲਾਂ ਬੰਦਾ ਤਾਂ ਭੌਂਕਾ ਹੈ। ਭੌਂਕਾ ਦਾ ਮਤਲਬ ਭੌਂਕਦਾ ਹੈ, ਯਾਨੀ ਬੋਲਦਾ ਹੈ, ਜ਼ਿਆਦਾ ਬੋਲਦਾ ਹੈ, ਵਿਅਰਥ ਬੋਲਦਾ ਹੈ। ਨਿਤ ਨਿਤ ਦੁਖੀਏ ਕੌਣ, ਦੁਖੀਏ ਕੌਣ ਦਾ ਮਤਲਬ ਕੌਣ ਔਖਾ ਹੁੰਦਾ ਰਹੇ, ਕੌਣ ਦੁਖੀ ਹੋਵੇ। ਭੌਂਕਣਾ ਦਾ ਮਤਲਬ ਜਿਹਨੂੰ ਭੌਂਕਣ ਦੀ ਆਦਤ ਪੈ ਗਈ ਹੋਵੇ, ਭੌਂਕਾ। ਤਾਂ ਗੁਰੂ ਸਾਹਿਬ ਕਹਿ ਰਹੇ ਨੇ ਸਰੀਰ ਤਾਂ ਨਿਰਾ ਭੌਂਕਾ ਹੈ, ਇਸ ਲਈ ਕੌਣ ਰੋਜ਼-ਰੋਜ਼ ਇਹਦੇ ਪਿੱਛੇ ਮਰਦਾ ਫਿਰੇ। ਮੇਰਾ ਸਰੀਰ ਤਾਂ ਭੌਂਕਾ ਹੋ ਗਿਆ। ਭੌਂਕਾ ਦਾ ਮਤਲਬ ਕਿ ਪਦਾਰਥਾਂ ਵਾਸਤੇ ਭੌਂਕ ਰਿਹਾ ਹੈ, ਵਿਸ਼ੇ ਵਿਕਾਰਾਂ ਵਾਸਤੇ ਭੌਂਕਦਾ ਹੈ। ਕਦੇ ਤੇ ਅੱਖਾਂ ਪਰਤ ਰਹੀ ਪਰਤਨ ਰੂਪ ਨੂੰ ਵੇਖਣਾ ਚਾਹੁੰਦੀਆਂ,
ਕਦੇ ਕੰਨ ਭੌਂਕਦੇ ਨੇ ਕਿ ਸਾਨੂੰ ਨਿੰਦਿਆ ਸੁਣਨ ਲਈ ਮਿਲੇ, ਕਦੇ ਜ਼ਬਾਨ ਭੌਂਕਦੀ ਹੈ ਯਾਨੀ ਮਾੜਾ ਬੋਲਣ ਵਾਸਤੇ, ਕਦੇ ਹੱਥ ਨੇ ਵਿਸ਼ੇ ਵਿਕਾਰ ਕਮਾਉਣਾ ਚਾਹੁੰਦੇ ਨੇ, ਪੈਰ ਮਾੜੇ ਪਾਸੇ ਜਾਣਾ ਚਾਹੁੰਦੇ ਨੇ, ਮਨ ਮਾੜਾ ਸੋਚ ਰਿਹਾ ਹੈ, ਅੱਖਾਂ ਮਾੜਾ ਵੇਖ ਰਹੀਆਂ ਨੇ। ਇਹ ਤੇ ਦੁਨਿਆਵੀ ਚਸਕੇ ਚਾਹੁੰਦਾ ਹੈ, ਵਿਸ਼ੇ ਵਿਕਾਰ ਚਾਹੁੰਦਾ ਹੈ, ਹਰ ਵਕਤ ਇਹੀ ਮੰਗਦਾ ਹੈ। ਔਰ ਬਹੁਤਾਤ ਗਿਣਤੀ ਦੀ ਗੱਲ ਇਹੋ ਹੀ ਹੈ। ਇਹ ਸਰੀਰ ਤਾਂ ਕੇਵਲ ਵਿਸ਼ੇ ਵਿਕਾਰਾਂ ਦੀਆਂ ਮੰਗਾਂ ਕਰਦਾ ਹੈ। ਹੁਣ ਨਿਤ ਨਿਤ ਦੁਖੀਏ ਕੌਣ, ਤੇ ਜੇ ਇਸ ਦੀਆਂ ਵਿਸ਼ੇ ਵਿਕਾਰਾਂ ਦੀਆਂ ਮੰਗਾਂ ਰੋਜ਼ ਪੂਰੀਆਂ ਕਰੀਏ ਤੇ ਫਿਰ ਦੁੱਖ ਹੀ ਹੋਏਗਾ। ਵਿਸ਼ੇ ਵਿਕਾਰ ਕਮਾਉਣ ਦੇ ਨਾਲ ਦੁੱਖ ਹੋਏਗਾ। ਨਿਤ ਨਿਤ ਦੁਖੀਏ ਕੌਣ, ਕੌਣ ਹੁਣ ਦੁਖੀ ਹੁੰਦਾ ਫਿਰੇ। ਇਸ ਲਈ ਇੱਥੇ ਦਿਲ ਔਰ ਦਿਮਾਗ ਦਾ ਸੰਤੁਲਨ ਬਣਾਉਣਾ ਹੈ। ਕਈ ਵਾਰ ਬੰਦਾ ਉਲਾਰੂ ਹੋ ਜਾਂਦਾ, ਉਹਦੇ ਦਿਮਾਗ ਦੇ ਅੰਦਰ ਮਾੜੇ ਇਮੋਸ਼ਨਸ ਪੈਦਾ ਹੁੰਦੇ, ਮਾੜੀਆਂ ਤਰੰਗਾਂ ਪੈਦਾ ਹੁੰਦੀਆਂ, ਤੇ ਉਹ ਜੋ ਮਾੜੀਆਂ ਤਰੰਗਾਂ ਪੈਦਾ ਹੋਣਗੀਆਂ ਉਹ ਸਾਡੇ ਸਰੀਰਕ ਤੌਰ ਤੇ ਵੀ ਸਾਡੇ ਅੰਦਰ ਰੋਗਾਂ ਦੇ ਸਿੰਪਟਮ ਪੈਦਾ ਕਰਨਗੀਆਂ। ਦੋ ਤਰ੍ਹਾਂ ਦੇ ਇਮੋਸ਼ਨਸ ਨੇ, ਪਲੇਜ਼ੈਂਟ ਇਮੋਸ਼ਨਸ ਔਰ ਅਨਪਲੇਜ਼ੈਂਟ ਇਮੋਸ਼ਨਸ। ਜਦੋਂ ਕੋਈ ਪਲੇਜ਼ੈਂਟ ਇਮੋਸ਼ਨਸ ਪੈਦਾ ਹੁੰਦਾ ਹੈ, ਚੰਗੀ ਤਰੰਗ ਪੈਦਾ ਹੁੰਦੀ ਹੈ, ਤਾਂ ਸਿਰ ਤੋਂ ਲੈ ਕੇ ਪੈਰਾਂ ਤੱਕ ਝਰਨਾਟ ਦੀ ਜਾਂਦੀ ਹੈ ਔਰ ਉਹ ਖਤਮ ਹੋ ਜਾਂਦੀ ਹੈ। ਲੇਕਿਨ ਸਾਰੇ ਸਰੀਰ ਨੂੰ ਇੱਕ ਵਾਰੀ ਉਹ ਸ਼ਾਂਤ ਕਰ ਜਾਂਦੀ ਹੈ। ਤੇ ਜਿਹੜੇ ਮਾੜੇ ਨੇ, ਅਨਪਲੇਜ਼ੈਂਟ ਇਮੋਸ਼ਨਸ ਨੇ, ਜਿਹੜੀਆਂ ਮਾੜੀਆਂ ਤਰੰਗਾਂ ਨੇ, ਉਹ ਵੀ ਤਰੰਗ ਸਿਰ ਤੋਂ ਲੈ ਕੇ ਪੈਰਾਂ ਤੱਕ ਜਾਂਦੀ ਹੈ, ਖਤਮ ਹੋ ਜਾਂਦੀ ਹੈ, ਲੇਕਿਨ ਸਾਡੇ ਸਰੀਰ ਦੇ ਅੰਦਰ ਤਣਾਵ ਔਰ ਖਿਚਾਵ ਪੈਦਾ ਕਰਦੀ ਹੈ। ਇਹਦੇ ਵਾਸਤੇ ਇੱਕ ਪੁਸਤਕ ਹੈ, ਮਾਨਸਿਕ ਤਣਾਵ व ਖਿਚਾਵ, ਕਾਰਨ ਔਰ ਨਿਵਾਰਨ, ਡਾਕਟਰ ਸਰੂਪ ਸਿੰਘ ਮਰਵਾਹਾ ਦੀ ਹਿੰਦੀ ਵਿੱਚ ਪੁਸਤਕ, ਬਹੁਤ ਚੰਗਾ ਐਕਸਪਲੇਨ ਕੀਤਾ ਹੈ। ਜਿਹੜੀਆਂ ਚੰਗੀਆਂ ਤਰੰਗਾਂ ਨੇ ਉਹ ਸਾਡੇ ਸਰੀਰ ਦੇ ਅੰਦਰ ਸੁਖ ਪੈਦਾ ਕਰਦੀਆਂ ਨੇ, ਸੁਖ ਸ਼ਾਂਤੀ ਪੈਦਾ ਕਰਦੀਆਂ ਨੇ, ਤੰਦਰੁਸਤੀ ਪੈਦਾ ਕਰਦੀਆਂ ਨੇ। ਮਾੜੀਆਂ ਤਰੰਗਾਂ ਸਾਡੇ ਸਰੀਰ ਦੇ ਅੰਦਰ ਰੋਗਾਂ ਦੇ ਸਿੰਪਟਮ ਪੈਦਾ ਕਰਦੀਆਂ ਨੇ। ਜੋ ਚੰਗੀਆਂ ਤਰੰਗਾਂ ਨੇ, ਪਲੇਜ਼ੈਂਟ ਇਮੋਸ਼ਨਸ ਨੇ, ਇਹ ਸਚਾਈ, ਦਇਆ, ਪਿਆਰ, ਮੁਹੱਬਤ ਤੋਂ ਪੈਦਾ ਹੁੰਦੀਆਂ ਨੇ। ਤੇ ਜੋ ਅਨਪਲੇਜ਼ੈਂਟ ਇਮੋਸ਼ਨ ਨੇ ਉਹ ਈਰਖਾ, ਦਵੇਸ਼, ਅਹੰਕਾਰ ਆਦਿਕ ਤੋਂ ਪੈਦਾ ਹੁੰਦੀਆਂ ਨੇ, ਜੋ ਸਾਡੇ ਸਰੀਰਕ ਤੌਰ ਤੇ ਰੋਗਾਂ ਦੇ ਸਿੰਪਟਮ ਪੈਦਾ ਕਰਦੀਆਂ ਨੇ। ਤਾਂ ਹੁਣ ਬਾਬਾ ਫਰੀਦ ਜੀ ਕਹਿੰਦੇ ਨੇ ਇਹ ਜਿਹੜੇ ਇਮੋਸ਼ਨਸ ਨੇ ਮਾੜੇ, ਸਾਡੀਆਂ ਮਾੜੀਆਂ ਭਾਵਨਾਵਾਂ ਨੇ, ਇਹਨਾਂ ਨੂੰ ਪੂਰੀਆਂ ਕਰਨ ਲਈ ਕੌਣ ਦੁਖੀ ਹੁੰਦਾ ਫਿਰੇ ਰੋਜ਼, ਕੌਣ ਸਰੀਰਕ ਔਰ ਮਾਨਸਿਕ ਦੁੱਖ ਸਹੇੜੇ। ਕੰਨੀ ਬੁੱਝੇ ਦੇ ਰਹਾ, ਇਹ ਬੁਝੇ ਨਹੀਂ ਪੜਨਾ, ਬੁਝੇ, ਬੁੱਝੇ। ਬੁੱਝੇ ਦਾ ਮਤਲਬ ਹੁੰਦਾ ਹੈ ਕਿਸੇ ਚੀਜ਼ ਨੂੰ ਬੰਦ ਕਰਨਾ। ਜਿਵੇਂ ਤੰਦੂਰ ਤਾਂਦੀਆਂ ਨੇ ਨਾ ਬੀਬੀਆਂ ਇੰਡੀਆ ਦੇ ਵਿੱਚ, ਅੱਜ ਕੱਲ ਤਾਂ ਉਹ ਖਤਮ ਜਿਹਾ ਹੋ ਗਿਆ ਕੰਮ। ਤੇ ਜਦੋਂ ਤੰਦੂਰ ਤਾਈਦਾ ਹੈ ਤਾਂ ਤੰਦੂਰ ਦੇ ਅੰਦਰ ਅੱਗ ਬਲੇ, ਉਹਦੇ ਥੱਲੇ ਇੱਕ ਮੋਰੀ ਰੱਖੀ ਦੀ ਹੈ, ਜਿੱਥੋਂ ਹਵਾ ਪੈਂਦੀ ਹੈ ਤੇ ਉਸ ਹਵਾ ਦੇ ਨਾਲ ਫਿਰ ਅੱਗ ਬਲ ਕੇ ਤੰਦੂਰ ਜਿਹੜਾ ਹੈ ਉਹ ਤਪ ਜਾਂਦਾ ਹੈ। ਤੇ ਜਦੋਂ ਤਪ ਜਾਂਦਾ ਹੈ ਨਾ ਤੰਦੂਰ, ਤੇ ਅੱਗ ਬੁਝ ਜਾਂਦੀ ਹੈ, ਕੋਲੇ ਰਹਿ ਜਾਂਦੇ ਨੇ, ਫਿਰ ਉਸ ਮੋਰੀ ਦੇ ਅੰਦਰ ਇੱਕ ਵੱਟਾ ਅੜਾ ਦਿੱਤਾ ਜਾਂਦਾ ਹੈ ਜਾਂ ਕੱਪੜਾ ਵਲੇਟ ਕੇ, ਉਹਨੂੰ ਬੁੱਝਾ ਕਹਿੰਦੇ ਨੇ, ਵੀ ਬੁੱਝਾ ਦੇ ਦਿਓ, ਉਹਨੂੰ ਬੰਦ ਕਰ ਦਿਓ। ਕੰਨਾਂ ਵਿੱਚ ਬੁੱਝੇ ਦੇਣ ਦਾ ਮਤਲਬ ਕੰਨਾਂ ਨੂੰ ਬੰਦ ਕਰ ਲੈਣਾ। ਕੰਨੀ ਬੁੱਝੇ ਦੇ ਰਹਾ, ਕਿੱਤੀ ਵੱਗੇ ਪਾਉਣ, ਪਾਉਣ ਦਾ ਮਤਲਬ ਹਵਾ, ਯਾਨੀ ਸਰੀਰ ਕਿੰਨੀ ਵੀ ਬਕਵਾਸ ਮਾਰੇ, ਨੈਗੇਟਿਵਿਟੀ ਦੀ ਬੇਸ਼ੱਕ ਹਨੇਰੀ ਝੁੱਲਦੀ ਰਹੇ, ਪਰ ਮੈਂ ਆਪਣੇ ਕੰਨਾਂ ਵਿੱਚ ਬੁੱਝੇ ਦੇ ਲਵਾਂ, ਮੈਂ ਇਹ ਮਾੜੀਆਂ ਜਿਹੜੀਆਂ ਚੀਜ਼ਾਂ ਨੇ ਸੁਣਾ ਹੀ ਨਾ। ਜਿੰਨੀ ਚਾਹੇ ਹਵਾ ਝੁੱਲਦੀ ਰਹੇ, ਭਾਵ ਜਿੰਨਾ ਵੀ ਚਾਹੇ ਸਰੀਰ ਮੰਗਾ ਮੰਗਣ ਦਾ ਰੌਲਾ ਪਾਈ ਜਾਏ, ਮੈਂ ਇਹਦੀ ਇੱਕ ਨਹੀਂ ਸੁਣਾਂਗਾ। ਜਿਹੜੇ ਮਾੜੇ ਇਮੋਸ਼ਨਸ ਨੇ ਉਹਨਾਂ ਨੂੰ ਮੈਂ ਪੂਰਿਆ ਨਹੀਂ ਕਰਾਂਗਾ, ਮੈਂ ਸੁਣਾਂਗਾ ਹੀ ਨਹੀਂ ਉਸ ਚੀਜ਼ ਨੂੰ। ਤਾਂ ਇਹਦਾ ਮਤਲਬ ਸਾਡੇ ਅੰਦਰ ਪੋਸੀਬਿਲਿਟੀ ਹੈ, ਅਸੀਂ ਆਪਣੇ ਇਮੋਸ਼ਨਸ ਤੇ ਕੰਟਰੋਲ ਕਰ ਸਕਦੇ ਹਾਂ। ਜੋ ਸਾਡੇ ਮਾੜੇ ਭਾਵਨਾਵਾਂ ਨੇ, ਉਹਨਾਂ ਮਾੜੀਆਂ ਭਾਵਨਾਵਾਂ ਨੂੰ ਸੁਣੋ ਹੀ ਨਾ, ਡਿਲੀਟ ਕਰ ਦਿਓ। ਜਿਹੜੀਆਂ ਚੰਗੀਆਂ ਭਾਵਨਾਵਾਂ ਨੇ ਉਹ ਸੁਣੋ, ਉਹਨਾਂ ਨੂੰ ਅਮਲ ਵਿੱਚ ਲਿਆਓ, ਸੱਚ ਬੋਲੋ, ਪਿਆਰ ਦੇ ਨਾਲ ਰਹੋ, ਆਪਣੇ ਸਮਾਜ ਭਲੇ ਵਾਸਤੇ ਕੁਝ ਕਰ ਸਕਦੇ ਹੋ ਕਰੋ, ਆਪਣੇ ਬੱਚਿਆਂ ਨੂੰ ਚੰਗੀ ਤਰ੍ਹਾਂ ਪਾਲੋ, ਉਹਨਾਂ ਨੂੰ ਚੰਗੀ ਸਿੱਖਿਆ ਦਿਓ, ਰਿਸ਼ਤੇਦਾਰਾਂ, ਭੈਣਾਂ ਭਰਾਵਾਂ, ਆਂਢੀਆਂ ਗੁਆਂਢੀਆਂ ਦੇ ਨਾਲ, ਸੱਜਣਾ ਮਿੱਤਰਾਂ ਦੇ ਨਾਲ ਚੰਗਾ ਬਿਹੇਵ ਕਰੋ। ਤੇ ਜੇ ਕਿਤੇ ਮਾੜੀ ਭਾਵਨਾ ਆਉਂਦੀ ਹੈ ਨਾ, ਉਹਨੂੰ ਡਿਲੀਟ ਕਰ ਦਿਓ, ਜਿੰਨੀ ਮਰਜ਼ੀ ਹਵਾ ਵਗਦੀ ਰਵੇ। ਹੁਣ ਜੇ ਐਸਾ ਸੋਚ ਲਿਆ ਜਾਏ ਤਾਂ ਜ਼ਿੰਦਗੀ ਤਾਂ ਸੌਖੀ ਹੋ ਸਕਦੀ ਹੈ ਹਰ ਇਨਸਾਨ ਦੀ, ਔਰ ਇਹ ਪੋਸੀਬਿਲਿਟੀ ਹਰ ਇਨਸਾਨ ਵਿੱਚ। ਅਸੀਂ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਕਰ ਸਕਦੇ ਹਾਂ। ਤੇ ਜੇ ਕਿਤੇ ਮਾੜੇ ਵਿਚਾਰ ਨੇ, ਉਹਨਾਂ ਨੂੰ ਅਸੀਂ ਕਿਵੇਂ ਡਿਲੀਟ ਕਰਨਾ ਹੈ,
ਔਰ ਉੱਥੇ ਚੰਗੇ ਵਿਚਾਰ ਅਸੀਂ ਕਿਵੇਂ ਪੈਦਾ ਕਰਨੇ ਨੇ, ਇਹਦੇ ਵਾਸਤੇ ਆਪਾਂ ਪਹਿਲਾਂ ਕਈ ਵਾਰ ਵਿਚਾਰ ਕਰ ਚੁੱਕੇ ਹਾਂ। ਫਿਰ ਵੀ ਜੇ ਕਿਤੇ ਮੌਕਾ ਬਣਿਆ ਤੇ ਅਸੀਂ ਇਹ ਵਿਚਾਰ ਜਿਹੜੇ ਨੇ ਫਿਰ ਕਰ ਲਾਂਗੇ। ਇਹਦੇ ਵਾਸਤੇ ਕੋਗਨੀਟਿਵ ਬਿਹੇਵੀਅਰ ਥੈਰੇਪੀ ਜਿਹੜੀ ਹੈ ਉਹ ਬਹੁਤ ਕਾਰਗਰ ਸਿੱਧ ਹੁੰਦੀ ਹੈ ਨੈਗੇਟਿਵਿਟੀ ਵਿੱਚੋਂ ਪੋਜ਼ਿਟਿਵਿਟੀ ਵਿੱਚ ਜਾਣ ਵਾਸਤੇ। ਜਿਹੜੇ ਸਾਡੇ ਅੰਦਰ ਇਵੈਂਟ ਜਿਹੜੇ ਨੇ, ਜੋ ਸਾਡੇ ਅੰਦਰ ਵਿਚਾਰ, ਸਾਡਾ ਬਿਲੀਫ ਸਿਸਟਮ ਬਣਦਾ ਹੈ, ਉਹਦਾ ਜੋ ਰਿਜ਼ਲਟ ਮਾੜਾ ਨਿਕਲਦਾ ਹੈ, ਤਾਂ ਫਿਰ ਉਹ ਮਾੜੇ ਵਿਚਾਰਾਂ ਦੀ ਜਗ੍ਹਾ ਤੇ ਚੰਗੇ ਵਿਚਾਰ ਕਿਵੇਂ ਪੈਦਾ ਕਰਨੇ ਨੇ, ਇਹ ਕੋਗਨੀਟਿਵ ਬਿਹੇਵੀਅਰ ਥੈਰੇਪੀ ਕਾਫੀ ਲੰਬੀ ਚੌੜੀ ਸਹਾਇਤਾ ਕਰ ਸਕਦੀ ਹੈ ਇਹਦੇ ਵਿੱਚ। ਦੇਖੋ, ਇਹ 500 ਕਿੰਨੇ 100 ਸਾਲ ਪਹਿਲਾਂ ਬਾਬਾ ਫਰੀਦ ਜੀ ਨੇ ਬਚਨ ਕਹੇ ਕਿ ਇਹ ਜੋ ਸਰੀਰ ਹੈ ਇਹ ਤਾਂ ਵਿਸ਼ੇ ਵਿਕਾਰਾਂ ਵਾਲੇ ਪਾਸੇ ਦੌੜਦਾ ਹੈ, ਯਾਨੀ ਵਿਕਾਰਾਂ ਦੀਆਂ ਇਮੋਸ਼ਨਸ ਪੈਦਾ ਹੁੰਦੀਆਂ ਨੇ, ਤੇ ਉਹਨਾਂ ਮਾੜੀਆਂ ਇਮੋਸ਼ਨਸ ਭਾਵਨਾਵਾਂ ਨੂੰ ਪੂਰੀਆਂ ਕਰਕੇ ਕੌਣ ਨਿਤ ਨਿਤ ਦੁਖੀ ਹੋਵੇ, ਭਾਵ ਮੈਂ ਦੁਖੀ ਨਹੀਂ ਹੋਵਾਂਗਾ। ਕੰਨੀ ਬੁੱਝੇ ਦੇ ਰਹਾ, ਮੈਂ ਤੇ ਆਪਣੇ ਕੰਨਾਂ ਵਿੱਚ ਬੁੱਝੇ ਦੇ ਲਵਾਂਗਾ, ਜਿੰਨਾ ਮਰਜ਼ੀ ਇਹ ਸਰੀਰ ਵਿਸ਼ੇ ਵਿਕਾਰਾਂ ਵਾਸਤੇ ਕਹਿੰਦਾ ਰਹੇ। ਯਾਨੀ ਮੈਂ ਕੋਈ ਨੈਗੇਟਿਵ ਵਿਚਾਰ ਸੁਣਾਂਗਾ ਹੀ ਨਹੀਂ, ਆਪਣੀਆਂ ਭਾਵਨਾਵਾਂ ਵੀ, ਤੇ ਜੇ ਕੋਈ ਬਾਹਰੋਂ ਵੀ ਮੈਨੂੰ ਕਹੇ ਨਾ ਵੀ ਚਲਾ ਸ਼ਰਾਬ ਦਾ ਪੈਗ ਲਾ, ਤੇ ਮੈਂ ਗੱਲ ਸੁਣਾਂਗਾ ਹੀ ਨਹੀਂ। ਜੇ ਮੈਨੂੰ ਕਹੇ ਕਿ ਆ ਮਾੜੇ ਪਾਸੇ ਚੱਲੀਏ ਤਾਂ ਮੈਂ ਕੰਮ ਸੁਣਾਂਗਾ ਹੀ ਨਹੀਂ, ਕਰਨਾ ਤਾਂ ਦੂਰ ਦੀ ਗੱਲ, ਮੈਂ ਸੁਣਾਂਗਾ। ਅਗਲਾ ਬਚਨ ਕਰ ਰਹੇ ਨੇ, ਫਰੀਦਾ ਰੱਬ ਖਜੂਰੀ ਪੱਕੀਆਂ, ਮਾਖੇ ਨਈ ਵਹਨ, ਜੋ ਜੋ ਵੰਝੈ ਡੀਹੜਾ, ਸੋ ਉਮਰ ਹੱਥ ਪਵਨ। ਇਹਨੂੰ ਵੰਝੈ ਨਹੀਂ ਪੜਨਾ, ਨਾ ਵੰਝੇ ਜੱਜਾ, ਨਾ ਵੰਝੈ ਝੱਜਾ, ਨੰਨਾ ਬੁਲਾਣਾ ਹੈ ਵੰਝੈ, ਜੋ ਜੋ ਵੰਝੈ, ਨਾਲ ਬਿੰਦੀ ਵੀ ਬੁਲਾਣੀ ਹੈ ਵੰਝੈ ਡੀਹੜਾ, ਸੋ ਉਮਰ ਹੱਥ ਪਵਨ। ਹੁਣ ਆਮ ਕਰਕੇ ਸਵਰਗ ਦੇ ਅੰਦਰ ਮੰਨਿਆ ਗਿਆ ਹੈ ਕਿ ਉੱਥੇ ਖਾਣ ਪੀਣ ਦੇ ਬੜੇ ਪਦਾਰਥ ਨੇ। ਇਸਲਾਮ ਵਿੱਚ ਵੀ ਮੰਨਿਆ ਜਾਂਦਾ ਹੈ ਕਿ ਉੱਥੇ ਖਜੂਰਾਂ ਨੇ ਬੜੀਆਂ ਮਿੱਠੀਆਂ, ਉੱਥੇ ਮਾਖਿਓਂ ਦੀਆਂ ਨਦੀਆਂ ਵਗ ਰਹੀਆਂ ਨੇ। ਯਾਨੀ ਕਹਿਣ ਦਾ ਮਤਲਬ ਵੀ ਸਵਰਗ ਦੇ ਅੰਦਰ ਜਿਹੜੇ ਨੇ ਉਹ ਬੜੇ ਪਦਾਰਥ ਨੇ। ਪਰ ਗੱਲ ਇਹ ਉੱਥੋਂ ਦੀ ਨਹੀਂ ਹੋ ਰਹੀ। ਰੱਬ ਦੀਆਂ ਖਜੂਰਾਂ, ਮਾਖੇ ਦਾ ਮਤਲਬ ਮਾਖਿਓ ਦੀਆਂ, ਮਾਖੇ ਨਈ ਦਾ ਮਤਲਬ ਸ਼ਹਿਦ ਦੀਆਂ ਨਦੀਆਂ, ਵਹਨ ਦਾ ਮਤਲਬ ਵਗ ਰਹੀਆਂ ਨੇ। ਹੁਣ ਇਸ ਸੰਸਾਰ ਦੇ ਅੰਦਰ ਪੱਕੀਆਂ ਹੋਈਆਂ ਖਜੂਰਾਂ ਔਰ ਮਾਖਿਓਂ ਦੀਆਂ ਨਦੀਆਂ ਵਗ ਰਹੀਆਂ ਨੇ। ਹੁਣ ਇੱਥੇ ਮਾਖਿਓਂ ਦੀਆਂ ਨਦੀਆਂ ਔਰ ਖਜੂਰਾਂ ਪ੍ਰਤੀਕ ਹੈ ਕਿ ਹਰ ਪਾਸੇ ਸਵਾਦਲੇ ਵਿਸ਼ੇ ਵਿਕਾਰ ਨੇ ਜੋ ਇਹਨੂੰ ਆਪਣੇ ਵੱਲ ਖਿੱਚ ਰਹੇ ਨੇ। ਨਦੀਆਂ ਵਗ ਰਹੀਆਂ, ਇੱਥੇ ਸੁਹੱਪਨ ਦੀਆਂ ਨਦੀਆਂ ਨੇ, ਇੱਥੇ ਲੋਭ ਲਾਲਚ ਵਾਸਤੇ ਕਿੰਨੇ ਸਾਰੇ ਪਦਾਰਥ ਨੇ, ਵਿਸ਼ੇ ਵਿਕਾਰਾਂ ਦੀਆਂ ਨਦੀਆਂ ਪੀਆਂ ਵਗਦੀਆਂ ਨੇ ਜੋ ਬੰਦੇ ਨੂੰ ਆਪਣੇ ਵੱਲ ਖਿੱਚ ਰਹੀਆਂ ਨੇ। ਇੱਥੇ ਮਾਖੇ ਨਈ ਵਹਨ ਔਰ ਖਜੂਰੀ ਪੱਕੀਆਂ, ਔਰ ਮਾਖਿਆਂ ਦਾ ਮਤਲਬ ਹੈ ਚਸਕੇ, ਸਵਾਦਲੇ ਪਦਾਰਥ, ਵਿਸ਼ੇ ਵਿਕਾਰ ਜੋ ਮਨੁੱਖ ਨੂੰ ਸੱਚ ਦੇ ਨਾਲੋਂ ਤੋੜ ਕੇ ਆਪਣੇ ਵੱਲ ਆਕਰਸ਼ਿਤ ਕਰ ਰਹੇ ਨੇ, ਆਪਣੇ ਵਾਲੇ ਪਾਸੇ ਮੋਹ ਰਹੇ ਨੇ, ਔਰ ਇਹ ਸਚਿਆਰਤਾ ਦੇ ਰਾਸਤੇ ਨੂੰ ਛੱਡ ਕੇ ਕੂੜਿਆਰਤਾ ਦੇ ਰਾਸਤੇ ਨੂੰ ਅਪਣਾ ਲੈਂਦਾ ਹੈ। ਕਿੰਨੀਆਂ ਚੀਜ਼ਾਂ ਇੱਥੇ ਮੋਹ ਰਹੀਆਂ ਨੇ। ਬੰਦਾ ਸੱਚ ਦੇ ਨਾਲੋਂ ਟੁੱਟ ਜਾਂਦਾ ਹੈ। ਸ਼ਾਮ ਨੂੰ ਰਹਿਰਾਸ 15 ਮਿੰਟ ਕਰਨੀ ਪਵੇ ਤਾਂ ਇਹ ਨਹੀਂ ਪੜੇਗਾ, ਲੇਕਿਨ ਫਿਲਮ ਜਿਹੜੀ ਹੈ 2-2.5 ਘੰਟੇ ਵੇਖ ਲਵੇਗਾ। ਕਹਿਣ ਤੋਂ ਭਾਵ ਕਿ ਚਾਰ ਚਫੇਰੇ ਕੋਈ ਨਾ ਕੋਈ ਵਿਸ਼ੇ ਵਿਕਾਰ ਇਹਨੂੰ ਮੋਹ ਰਿਹਾ ਹੈ। ਤੇ ਦੂਜੇ ਪਾਸੇ ਜੋ ਜੋ ਵੰਝੈ ਡੀਹੜਾ, ਡੀਹੜਾ ਦਾ ਮਤਲਬ ਦਿਹਾੜਾ, ਵੰਝੈ ਦਾ ਮਤਲਬ ਬੀਤ ਰਿਹਾ ਹੈ, ਗੁਜ਼ਰ ਜਾਂਦਾ ਹੈ। ਹੱਥ ਪਵਨ ਦਾ ਮਤਲਬ ਹੱਥ ਪੈ ਰਹੇ ਨੇ। ਮਨੁੱਖ ਇਹਨਾਂ ਪਦਾਰਥਾਂ ਦੇ ਮਾਣਨ ਵਿੱਚ ਮਸਤ ਹੈ, ਤੇ ਜਿਹੜਾ ਜਿਹੜਾ ਦਿਹਾੜਾ ਬੀਤਦਾ ਹੈ ਉਹ ਇਹਦੀ ਉਮਰ ਨੂੰ ਹੱਥ ਪਾ ਰਿਹਾ ਹੈ, ਭਾਵ ਇਹਦੀ ਉਮਰ ਘਟਾਈ ਜਾ ਰਿਹਾ ਹੈ। ਅੱਜ ਦਾ ਦਿਨ ਬੀਤ ਗਿਆ ਤੇ ਮੌਤ ਨੇੜੇ ਆ ਗਈ, ਯਾਨੀ ਆਤਮਕ ਮੌਤ ਤੇ ਇਹ ਬੰਦਾ ਮਰ ਰਿਹਾ ਹੈ। ਇਹ ਵਿਸ਼ੇ ਵਿਕਾਰਾਂ ਦੇ ਵਿੱਚ ਖਚਤ ਹੈ, ਔਰ ਇਹ ਕੋਈ ਆਪਣੇ ਜੀਵਨ ਦਾ ਉੱਚਾ ਸੁੱਚਾ ਗੋਲ ਨਹੀਂ ਬਣਾ ਪਾਇਆ। ਉਮਰ ਨੂੰ ਹੱਥ ਪੈ ਰਿਹਾ ਹੈ। ਹਰ ਰੋਜ਼ ਹੀ ਜਿਹੜਾ ਵਿਸ਼ੇ ਵਿਕਾਰਾਂ ਦੇ ਵਿੱਚ ਜੀਵੇਗਾ, ਮਾਣੇਗਾ, ਤਾਂ ਉਹਦੀ ਉਮਰ ਖਤਮ ਹੋ ਗਈ, ਯਾਨੀ ਆਤਮਕ ਮੌਤ ਤੇ ਮਰ ਗਿਆ। ਉਹ ਹਰ ਰੋਜ਼ ਹੀ ਮਰ ਰਿਹਾ ਨਾ ਬੰਦਾ ਵਿਸ਼ੇ ਵਿਕਾਰਾਂ ਵਿੱਚ। ਮੰਨ ਲਓ ਮੈਂ ਹੁਣ ਕਿਸੇ ਦੇ 1 ਪਾਉਂਡ ਹੀ ਚੋਰੀ ਚੁੱਕ ਲਿਆ, ਤਾਂ ਮੇਰੀ ਆਤਮਕ ਮੌਤ ਤਾਂ ਹੋ ਗਈ, ਇਨਸਾਨੀਅਤ ਤਾਂ ਮੇਰੇ ਅੰਦਰੋਂ ਮਰ ਗਈ। ਮੈਂ ਕਿਸੇ ਧੀ ਭੈਣ ਵੱਲ ਮਾੜੀ ਨਜ਼ਰ ਨਾਲ ਤੱਕਿਆ ਤਾਂ ਆਤਮਕ ਮੌਤ ਤਾਂ ਮੇਰੀ ਹੋ ਗਈ, ਮਰ ਤਾਂ ਮੈਂ ਗਿਆ। ਅੱਜ ਦਾ ਦਿਨ ਮੇਰੀ ਮੌਤ ਹੋ ਗਈ ਨਾ, ਅਗਲੇ ਦਿਨ ਫਿਰ ਮੌਤ ਹੋ ਗਈ, ਅਗਲੇ ਦਿਨ ਫਿਰ ਮੌਤ ਹੋ ਗਈ। ਹਰ ਰੋਜ਼ ਹੀ ਬੰਦਾ ਆਤਮਕ ਮੌਤ ਤੇ ਮਰੀ ਜਾ ਰਿਹਾ ਇਹਨਾਂ ਵਿਸ਼ੇ ਵਿਕਾਰਾਂ ਵਿੱਚ।
ਤੇ ਦੂਜੇ ਪਾਸੇ ਇਹ ਹੈ ਕਿ ਸਰੀਰਕ ਤੌਰ ਤੇ ਵੀ ਮੌਤ ਨਜ਼ਦੀਕ ਆਈ ਜਾ ਰਹੀ ਹੈ ਨਾ, ਜਿਵੇਂ ਆਪਾਂ ਹੁਣ ਤੁਸੀਂ ਕਲਾਸ ਦੇ ਵਿੱਚ ਵਿਚਾਰ ਕਰ ਹੀ ਰਹੇ ਸੀ ਤੇ ਖੁੱਲੀਆਂ ਵਿਚਾਰਾਂ ਆਪਨੇ ਕੀਤੀਆਂ, ਤਾਂ ਸਰੀਰਕ ਮੌਤ ਵੀ ਨਜ਼ਦੀਕ ਆ ਰਹੀ ਹੈ ਤੇ ਬੰਦਾ ਵਿਸ਼ੇ ਵਿਕਾਰਾਂ ਵਿੱਚ ਖਚਤ ਹੈ। ਇਹਦਾ ਹਾਲੇ ਵੀ ਕੋਈ ਚੇਤਾ ਨਹੀਂ ਕਿ ਮੈਂ ਕੋਈ ਚੰਗਾ ਕੰਮ ਦੁਨੀਆ ਦੇ ਵਿੱਚ ਕਰ ਜਾਵਾਂ, ਸਮਾਜ ਭਲੇ ਦਾ ਜੋ ਵੀ ਮੈਂ ਕਰ ਸਕਦਾ ਚੰਗਾ ਕਰਾਂ, ਮੈਂ ਆਤਮਿਕ ਜ਼ਿੰਦਗੀ ਜੀਵਾਂ। ਤਾਂ ਇੱਥੋਂ ਸਾਨੂੰ ਜੋ ਜੀਣ ਵਾਸਤੇ ਉਪਦੇਸ਼ ਮਿਲ ਰਿਹਾ ਹੈ, ਉਹ ਸਾਨੂੰ ਜੀਣ ਵਾਸਤੇ ਇਹੀ ਉਪਦੇਸ਼ ਮਿਲ ਰਿਹਾ ਹੈ ਕਿ ਇਸ ਸੰਸਾਰ ਵਿੱਚ ਵਿਸ਼ੇ ਵਿਕਾਰ ਨੇ, ਮੱਖੀਆਂ ਔਰ ਖਜੂਰਾਂ ਦੀ ਤਰ੍ਹਾਂ ਉਹ ਮਿੱਠੇ ਲੱਗਦੇ ਨੇ, ਪਰ ਜੇ ਇਹਨਾਂ ਦੇ ਵਿੱਚ ਮਤਲਬ ਤੁਸੀਂ ਖਚਤ ਹੋ ਜਾਓਗੇ ਵਿਸ਼ੇ ਵਿਕਾਰਾਂ ਵਿੱਚ, 2 ਨੰਬਰ ਦੇ ਧੰਦਿਆਂ ਵਿੱਚ, ਝੂਠ ਆਦਿਕ ਦੇ ਅੰਦਰ, ਤਾਂ ਫਿਰ ਹਰ ਦਿਨ ਤੁਹਾਡਾ ਬੇਕਾਰ ਔਰ ਵਿਅਰਥ ਚਲਾ ਜਾਏਗਾ, ਆਤਮਿਕ ਮੌਤ ਹੋ ਜਾਏਗੀ। ਇਸ ਲਈ ਵਿਸ਼ੇ ਵਿਕਾਰਾਂ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਖਚਤ ਨਾ ਕਰਕੇ ਕਿਸੇ ਉੱਚੇ ਸੁੱਚੇ ਆਦਰਸ਼ ਵਾਸਤੇ ਜੀਵੋ, ਤਾਂ ਇਹ ਜੀਵਨ ਜਿਹੜਾ ਹੈ ਇਹ ਸਫਲਾ ਹੋ ਸਕਦਾ ਹੈ। ਤਾਂ ਅੱਜ ਦੀ ਵਿਚਾਰ ਅਸੀਂ ਇੱਥੇ ਸਮਾਪਤ ਕਰਦੇ ਹਾਂ।